ਗੁਰਬਾਣੀ ਦੀ ਕਸਵੱਟੀ ਦੇ ਉੱਤੇ ਹੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਪਰਖਿਆ ਜਾਊਗਾ, ਅਦਰਵਾਈਜ਼ ਨਹੀਂ। ਜਦੋਂ ਆਪਾਂ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦੇਵਾਂਗੇ ਨਾ ਤਾਂ ਸਾਡਾ ਸਭ ਤੋਂ ਪਹਿਲਾ ਜਿਹੜਾ ਛੁਟਕਾਰਾ ਉਹ ਦੇਹਧਾਰੀ ਗੁਰੂਡਮ ਤੋਂ ਹੋ ਜਾਊਗਾ। ਪਰ ਆਪਾਂ ਦੇਹਾਂ ਦੇ ਨਾਲ ਅਟੈਚ ਕਦੋਂ ਹੁੰਨੇ ਆ? ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਫਲਾਣਾ ਬੰਦਾ ਜੋ ਕੁਝ ਵੀ ਬੋਲ ਰਿਹਾ ਉਹ ਸੱਚ ਹੈ। ਅੰਧ ਭਗਤੀ ਜਿਹੜੀ ਆ ਉਹ ਇਸੇ ਵਿੱਚੋਂ ਹੀ ਨਿਕਲ ਕੇ ਆਉਂਦੀ ਆ, ਕਿਉਂਕਿ ਅਸੀਂ ਉਹਨੂੰ ਪਰਖਣਾ ਬੰਦ ਕਰ ਦਿੰਦੇ ਆ। ਅਸੀਂ ਉਹਨੂੰ ਆਪਣੀ ਵਿਵੇਕਤਾ ਦੇ ਨਾਲ ਦੀ ਕਸਵੱਟੀ ਦੇ ਉੱਤੇ ਜਿਹੜਾ ਉਹਨੂੰ ਪਰਖਣਾ ਬੰਦ ਕਰ ਦਿੰਦੇ ਆ। ਜਿਹੜੀ ਗੱਲ ਗੁਰਬਾਣੀ ਦੇ ਅਕੋਰਡਿੰਗ ਸਹੀ ਲੱਗਦੀ ਆ ਉਹਨੂੰ ਤੁਸੀਂ ਰੱਖ ਲਓ, ਜਿਹੜੀ ਲੱਗਦੀ ਆ ਕਿ ਇਹ ਮਨਮਤ ਆ, ਗੁਰਮਤ ਨਹੀਂ ਆ, ਉਹਨੂੰ ਛੱਡ ਦਿਓ। ਜਿਸ ਦਿਨ ਅਸੀਂ ਇਹ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਅਸੀਂ ਦੇਹਾਂ ਨਾਲੋਂ ਟੁੱਟ ਕੇ ਸ਼ਬਦ ਦੇ ਲੜ ਲੱਗ ਜਾਵਾਂਗੇ। ਲੀਡਰਸ ਦਾ ਆਪਸ 'ਚ ਕੌਨਫਲਿਕਟ ਹੋ ਸਕਦਾ, ਇੰਡੀਵਿਜੂਅਲਸ ਦਾ ਕੌਨਫਲਿਕਟ ਹੋ ਸਕਦਾ, ਵਿਚਾਰਧਾਰਾ ਦਾ ਕੌਨਫਲਿਕਟ ਨਹੀਂ ਸੀ ਹੋਣਾ ਜੇਕਰ ਅਸੀਂ ਸਿਰਫ ਗੁਰਬਾਣੀ ਦੇ ਲੜ ਲੱਗੇ ਰਹਿੰਦੇ। ਅਸੀਂ ਸਿੱਖ ਹੋ ਕੇ ਅਸੀਂ ਸਿਰਫ ਦਸਤਾਰ ਬੰਨ੍ਹ ਕੇ ਆਪਣੇ ਆਪ ਨੂੰ ਸਿੱਖ ਕਹਿ ਰਹੇ ਹਾਂ, ਕਿਆ ਅਸੀਂ ਇਸ ਕੰਮ ਦੇ ਉੱਤੇ ਪੂਰੇ ਉਤਰ ਰਹੇ ਹਾਂ? ਅਸੀਂ ਫਿਰ ਇਹ ਦੇਖੀਏ ਕਿ ਆਪਣੇ ਆਪ ਦੇ ਆਪਣਾ ਮੰਥਨ ਕਰਨਾ ਸ਼ੁਰੂ ਕਰੀਏ ਕਿ ਅਸੀਂ ਕਿੱਥੇ ਕੁ ਜੇ ਖੜੇ ਹਾਂ। ਜੋ ਕੁਝ ਵੀ ਆਪਾਂ ਬੋਲਦੇ ਆ ਕਿ ਆਹ ਸਿੱਖੀ ਹੁੰਦੀ ਆ, ਆਹ ਸਿੱਖੀ ਹੁੰਦੀ ਆ, ਕਿਆ ਉਹ ਗੁਰੂ ਨਾਨਕ ਦੀ ਸਿੱਖੀ ਆ ਜਾਂ ਸਾਡੇ ਆਪਣੇ ਐਕਸਕਿਊਜ਼ਸ ਘੜੇ ਹੋਏ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਮੈਂ ਕਿਰਨਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਸਾਡੇ ਪਿਛਲੇ ਜਿਹੜੇ ਐਪੀਸੋਡ ਚੱਲ ਰਹੇ ਆ, ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜਾ ਵਿਅਕਤਿਤਵ ਹੈ, ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ, ਜਾਂ ਜਿਸ ਤਰੀਕੇ ਨਾਲ ਇਹਨੂੰ ਅਗਰ ਇਸ ਤਰੀਕੇ ਕਹਿ ਲਈਏ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜੀਵਨ ਜੀ ਕੇ ਆਪਣੀ ਲਾਈਫ ਦੇ ਵਿੱਚ ਐਕਸਪੈਰੀਮੈਂਟਸ ਐਂਡ ਪ੍ਰੈਕਟੀਕੈਲਿਟੀ ਦੇ ਥਰੂ ਸਾਨੂੰ ਆਪਣੀ ਜੀਵਨ ਜਾਂਚ ਦੇ ਵਿੱਚੋਂ ਜੋ ਮੁੱਢਲੇ ਅਸੂਲ ਸਾਡੀ ਝੋਲੀ ਪਾਏ ਨੇ, ਜਿਨ੍ਹਾਂ ਨੂੰ ਆਪਾਂ ਧਾਰਮਿਕ ਰੂਲਸ ਕਹਿ ਸਕਦੇ ਹਾਂ, ਸਾਡੀ ਝੋਲੀ ਪਾਏ ਨੇ, ਉਹਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਔਰ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਇਹ ਗੱਲ ਆਪਾਂ ਸਾਂਝੀ ਕੀਤੀ ਸੀਗੀ ਔਰ ਮੇਰੀ ਰਿਕੁਐਸਟ ਸੀਗੀ ਕਿ ਆਪਾਂ ਪ੍ਰੋਬੇਬਲੀ ਇੱਕ ਡਾਇਰੀ ਲਗਾ ਲਈਏ, ਹੈ ਨਾ, ਜਾਂ ਕਿਸੇ ਵੀ ਤਰੀਕੇ ਨਾਲ, ਸੋ ਦੈਟ ਜੋ ਵੀ ਆਪਾਂ ਰੂਲਸ ਸਮਝ ਰਹੇ ਹਾਂ ਜਾਂ ਆਪਾਂ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਕੇ ਜੋ ਸਾਡੇ ਪੱਲੇ ਪੈ ਰਿਹਾ ਕਿ ਗੁਰੂ ਮਹਾਰਾਜ ਇਸ ਐਕਸਪੈਰੀਮੈਂਟ ਜਾਂ ਇਸ ਪ੍ਰੈਕਟੀਕਲ ਐਕਸਪੀਰੀਅੰਸ ਦੇ ਥਰੂ ਸਾਨੂੰ ਆਹ ਚੀਜ਼ ਦੇਣਾ ਚਾਹੁੰਦੇ ਸੀਗੇ, ਉਹ ਅਸੀਂ ਲਿਖਦੇ ਜਾਈਏ। ਔਰ ਕੋਸ਼ਿਸ਼ ਕਰੀਏ ਕਿ ਹਰ ਇੱਕ ਹਫ਼ਤੇ ਜਿਸ ਅੱਜ ਮੈਂ ਬੋਲ ਕੇ ਚਲੇਗੀ ਜਾਂ ਪਿਛਲੀ ਵਾਰੀ ਮੈਂ ਬੋਲਿਆ ਤੇ ਤੁਸੀਂ ਮੈਂ ਆਪਾਂ ਸਾਰੇ ਇਕੱਠੇ ਹੋ ਕੇ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕਰੀਏ। ਫਿਰ ਜਿਹੜਾ ਇਹ ਆਪਣਾ ਟਾਕ ਹੈ ਜਾਂ ਜਿਹੜਾ ਇਹ ਪ੍ਰੋਗਰਾਮ ਆ ਉਹ ਸਾਰਥਕ ਹੋ ਸਕਦਾ, ਕਿਉਂਕਿ ਜੇ ਸਿਰਫ ਆਪਾਂ ਗੱਲਾਂ ਤੱਕ ਹੀ ਰਹਿ ਗਏ ਤਾਂ ਗੱਲਾਂ ਦੇ ਨਾਲ ਕੁਛ ਬਣਨਾ ਨਹੀਂ, ਪ੍ਰੈਕਟੀਕਲ ਸਾਨੂੰ ਕਰਨਾ ਪੈਣਾ ਆ। ਪਿਛਲੇ ਜਿਹੜਾ ਐਪੀਸੋਡ ਸੀਗਾ ਉਹ ਆਪਾਂ ਗੱਲ ਕਰ ਰਹੇ ਸੀਗੇ ਗੁਰੂ ਪਾਤਸ਼ਾਹ ਦੀ, ਜਿਹੜੀ ਉਹਨਾਂ ਨੇ ਸਾਨੂੰ ਸਾਡੇ ਧਰਮ ਦਾ ਪਹਿਲਾ ਰਸਤਾ ਜਾਂ ਇਹ ਕਹਿ ਲਈਏ ਕਿ ਪਹਿਲਾ ਰੂਲ ਜੋ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਪਾਇਆ, ਜੋ ਸਾਨੂੰ ਦੱਸਿਆ ਕਿ ਸਿੱਖ ਦੇ ਲਈ ਮੁੱਢਲੀ ਜ਼ਰੂਰਤ ਕੀ ਹੈ, ਉਹ ਉਸ ਤੋਂ ਬਾਅਦ ਬਾਕੀ ਗੱਲਾਂ ਆਪਣੀਆਂ ਅੱਗੇ ਚੱਲਦੀਆਂ ਆ। ਤਾਂ ਉਹ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ। ਅਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਗੁਰੂ ਪਾਤਸ਼ਾਹ ਨੇ ਪਾਂਧੇ ਪਾਸ ਜਦੋਂ ਪੜ੍ਹਨੇ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਉਹ ਕਿਸ ਤਰੀਕੇ ਨਾਲ ਇੱਕ ਪ੍ਰੈਕਟੀਕਲ ਐਕਸਪੀਰੀਅੰਸ ਦੇ ਥਰੂ, ਪ੍ਰੈਕਟੀਕਲ ਉਦਾਹਰਨ ਦੇ ਥਰੂ ਉਹ ਸਿੱਖਾਂ ਨੂੰ ਇੱਕ ਰਾਹ ਦੱਸਦੇ ਆ ਔਰ ਇੱਕ ਉਹਨਾਂ ਦੇ ਵਾਸਤੇ ਇੱਕ ਰੂਲ ਦਿੰਦੇ ਆ ਕਿ ਜਿਹੜਾ ਸਿੱਖ ਹੈ ਉਹ ਵਿਵੇਕ ਬੁੱਧੀ ਵਾਲਾ ਹੋਊਗਾ, ਉਹ ਰੈਸ਼ਨਲ ਹੋਊਗਾ, ਉਹ ਹਰ ਕਿਸੇ ਦੇ ਪਿੱਛੇ ਇੰਝ ਹੀ ਨਹੀਂ ਲੱਗ ਸਕਦਾ, ਚਾਹੇ ਉਹ ਕੋਈ ਵੀ ਹੋਏ। ਉਹ ਕਿਸੇ ਕੋਲੋਂ ਵੀ ਲਈ ਹੋਈ ਇਨਫੋਰਮੇਸ਼ਨ ਨੂੰ ਪ੍ਰੋਸੈਸ ਜ਼ਰੂਰ ਕਰੂਗਾ, ਉਹ ਇਨਫੋਰਮੇਸ਼ਨ ਨੂੰ ਬੜੀ ਸਹਿਜਤਾ ਦੇ ਨਾਲ ਸੁਣੂਗਾ ਔਰ ਉਸ ਇਨਫੋਰਮੇਸ਼ਨ ਦਾ ਉਸ ਤੋਂ ਬਾਅਦ ਉਹ ਸਵਾਲ ਜਵਾਬ ਦੇ ਵਿੱਚ ਜਾਊਗਾ, ਵਿਵੇਕਤਾ ਦੇ ਨਾਲ ਸਵਾਲ ਜਵਾਬ ਵਿੱਚ ਜਾਊਗਾ ਔਰ ਫਿਰ ਜਿਹੜਾ ਹੈ ਉਹਦਾ ਪੜਚੋਲ ਕਰੂਗਾ। ਤਾਂ ਇਹ ਜਿਹੜੀ ਗੱਲ ਸੀਗੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਇੱਕ ਪ੍ਰੈਕਟੀਕਲ ਐਕਸਪੀਰੀਅੰਸ ਦੇ ਥਰੂ ਸਾਨੂੰ ਇੱਕ, ਜਾਂ ਇਹ ਕਹਿ ਲਈਏ ਕਿ ਪ੍ਰੈਕਟੀਕੈਲਿਟੀ ਦੇ ਮਾਧਿਅਮ ਦੇ ਜ਼ਰੀਏ ਸਾਨੂੰ ਇੱਕ ਉਹਨਾਂ ਨੇ ਰੂਲ, ਜਿਹੜਾ ਸਿੱਖਾਂ ਦੇ ਲਈ ਪਹਿਲਾ ਨਿਯਮ ਨਿਰਧਾਰਿਤ ਕੀਤਾ। ਹੁਣ ਉਹ ਜਿਹੜਾ ਪਹਿਲਾ ਨਿਯਮ ਹੈ ਵਿਵੇਕਤਾ ਦਾ, ਵਿਵੇਕ ਬੁੱਧੀ ਦਾ, ਉਹ ਬਹੁਤ ਇੰਪੋਰਟੈਂਟ ਨਿਯਮ ਹੈ ਔਰ ਆਪਾਂ ਨੂੰ ਇਸ ਚੀਜ਼ ਨੂੰ ਸਮਝਣਾ ਪਊਗਾ। ਇਹਨੂੰ ਪਿਛਲੇ ਐਪੀਸੋਡ ਵਿੱਚ ਵੀ ਆਪਾਂ ਇਹੀ ਗੱਲ ਕਰ ਰਹੇ ਸੀਗੇ ਕਿ ਸਿੱਖਾਂ ਦੇ ਲਈ, ਇੱਕ ਸਿੱਖ ਦੇ ਲਈ ਵਿਵੇਕ ਬੁੱਧੀ ਵਾਲਾ ਹੋਣਾ ਉਹਦੀ ਚੋਇਸ ਨਹੀਂ ਹੈਗੀ, ਇਹ ਰੂਲ ਹੈ, ਧਾਰਮਿਕ ਰੂਲ ਹੈ। ਔਰ ਪਹਿਲੇ ਐਪੀਸੋਡਸ ਦੇ ਵਿੱਚ ਮੈਂ ਗੱਲ ਕਰ ਚੁੱਕੀ ਕਿ ਧਰਮ ਨੂੰ
ਬੇਸਿਕਲੀ ਬੜਾ ਬੜਾ ਮੀਨ ਵਰਡ ਬਣਾ ਕੇ ਪੇਸ਼ ਕੀਤਾ ਗਿਆ ਬਹੁਤ ਸਾਰੇ ਲੋਕਾਂ ਵੱਲੋਂ। ਪਰ ਧਰਮ ਜਿਹੜਾ ਆ ਉਹ ਡਿਫਰੈਂਟ ਆ ਟੂ ਰਿਲੀਜਨ। ਸੋ ਜਦੋਂ ਮੈਂ ਧਰਮ ਦੀ ਗੱਲ ਕਰ ਰਹੀ ਤਾਂ ਮੈਂ ਰਿਲੀਜਨ ਦੀ ਗੱਲ ਨਹੀਂ ਕਰ ਰਹੀ। ਰਿਲੀਜਨ ਦਾ ਸਿੱਖਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਧਰਮ ਦਾ ਸਿੱਖਾਂ ਦੇ ਨਾਲ ਲੈਣਾ ਦੇਣਾ ਜ਼ਰੂਰ ਹੈ। ਸੋ ਸਾਡੇ ਧਰਮ ਦਾ ਜਿਹੜਾ ਪਹਿਲਾ ਨਿਯਮ ਹੈ, ਕਿਉਂਕਿ ਧਰਮ ਬਿਨਾਂ ਨਿਯਮ ਦੇ ਨਹੀਂ ਹੋ ਸਕਦਾ, ਤਾਂ ਜਿਹੜਾ ਪਹਿਲਾ ਨਿਯਮ ਹੈ ਉਹ ਹੈ ਵਿਵੇਕ ਬੁੱਧੀ ਦਾ। ਸਿੱਖਾਂ ਵਾਸਤੇ ਵਿਵੇਕ ਬੁੱਧ ਵਾਲਾ ਹੋਣਾ ਬਹੁਤ ਬਹੁਤ ਲਾਜ਼ਮੀ ਹੈ, ਜ਼ਰੂਰੀ ਹੈ, ਪਹਿਲੀ ਚੀਜ਼ ਹੈ। ਹੁਣ ਹਾਂ, ਜਿਵੇਂ ਮੈਂ ਹੁਣੇ ਕਹਿ ਕੇ ਹਟੀ ਹਾਂ ਕਿ ਸਿੱਖ ਹਰ ਇਨਫੋਰਮੇਸ਼ਨ ਨੂੰ ਬੜੀ ਸਹਿਜਤਾ ਨਾਲ ਸੁਣਦਾ, ਫਿਰ ਉਸ ਦੀ ਪੜਚੋਲ ਕਰਦਾ ਔਰ ਬੜੀ ਵਿਵੇਕਤਾ ਦੇ ਨਾਲ, ਬੜੀ ਵਿਵੇਕ ਬੁੱਧੀ ਦੇ ਨਾਲ ਉਸ ਦੇ ਸਵਾਲ ਜਵਾਬ ਕਰਦਾ ਔਰ ਉਸ ਦੇ ਅਸਲ ਮਨੋਰਥ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ। ਹੁਣ ਸਿੱਖ ਜਿਹੜਾ ਹੈ, ਇੱਕ ਇਹ ਵੀ ਗੱਲ ਨਾਲ ਆਪਾਂ ਕੀਤੀ ਸੀਗੀ ਕਿ ਸਿੱਖ ਦਾ ਸਵਾਲ ਜਾਂ ਸਵਾਲ ਜਵਾਬ ਜਿਹੜਾ ਉਹ ਸਿਰਫ ਸਵਾਲ ਮਾਤਰ ਸਵਾਲ ਨਹੀਂ ਹੁੰਦਾ ਜਾਂ ਸਵਾਲ ਕਰਨ ਦੇ ਲਈ ਸਵਾਲ ਨਹੀਂ ਹੁੰਦਾ, ਉਹ ਇੱਕ ਖੋਜੀ ਦੀ ਤਰ੍ਹਾਂ ਸਵਾਲ ਕਰਦਾ ਹੈ। ਮਤਲਬ ਕਿ ਉਹ ਇੱਕ ਖੋਜੀ ਦੀ ਤਰ੍ਹਾਂ, ਇੱਕ ਰਿਸਰਚਰ ਦੇ ਵਾਂਗੂ ਸਵਾਲ ਕਰਦਾ ਹੈ ਜਵਾਬ ਤੱਕ ਪਹੁੰਚਣ ਦੇ ਲਈ, ਉਹ ਜਵਾਬ ਲੱਭਣ ਦੇ ਲਈ ਸਵਾਲ ਕਰਦਾ। ਇਹ ਇੰਪੋਰਟੈਂਟ ਹੈ ਇੱਕ ਸਿੱਖ ਦੇ ਲਈ। ਹੁਣ ਅਗਰ ਆਪਾਂ ਕਿਸੇ ਤਰੀਕੇ ਦੀ ਵੀ ਕੋਈ ਗੱਲ ਕਰਦੇ ਹਾਂ ਤਾਂ ਮੈਂ ਸਿਰਫ ਇਸ ਕਰਕੇ ਕੁਐਸਚਨ ਨਹੀਂ ਕਰ ਸਕਦੀ ਕਿਉਂਕਿ ਫਲਾਣਾ ਬੰਦਾ ਮੈਨੂੰ ਪਸੰਦ ਨਹੀਂ ਆ ਤੇ ਉਸ ਦੀ ਗੱਲ ਨੂੰ ਮੈਂ ਕੱਟਣਾ ਹੀ ਕੱਟਣਾ ਤੇ ਮੈਂ ਉਹਦਾ ਸਵਾਲ ਕਰਾਂ ਔਰ ਕਹਾਂ ਕਿ ਵੇਖੋ ਮੈਂ ਤਾਂ ਬੜੀ ਵਿਵੇਕਤਾ ਵਾਲੀ। ਨਾ, ਇਹ ਪੋਸੀਬਲ ਨਹੀਂ ਆ। ਉਹ ਮੇਰੀ ਈਗੋ ਹੈ। ਅਗਰ ਇਸ ਤਰੀਕੇ ਨਾਲ ਮੈਂ ਕਰਦੀ ਹਾਂ ਤਾਂ ਉਹ ਮੇਰੀ ਈਗੋ ਹੈ। ਪਰ ਇੱਕ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਕੀ ਹੈ ਕਿ ਅਗਰ ਮੇਰੇ ਕੋਲ ਕੋਈ ਇਨਫੋਰਮੇਸ਼ਨ ਆਈ, ਮੈਂ ਉਸਨੂੰ ਆਪਣੀ ਵਿਵੇਕ ਬੁੱਧੀ ਦੇ ਉੱਤੇ, ਜੋ ਕਿ ਗੁਰਮਤ ਦੇ ਥਰੂ ਆਪਣੇ ਆਪ ਨੂੰ ਅਲਾਈਨ ਕਰੂਗੀ, ਜੋ ਗੁਰਮਤ ਦੇ ਨਾਲ ਅਲਾਈਨਡ ਹੋਊਗੀ, ਗੁਰਮਤ ਦੀ ਕਸਵੱਟੀ ਦੇ ਉੱਤੇ ਰੱਖ ਕੇ ਮੈਂ ਉਸ ਇਨਫੋਰਮੇਸ਼ਨ ਨੂੰ ਪਰਖੂੰਗੀ। ਜੇ ਉਹ ਇਨਫੋਰਮੇਸ਼ਨ ਮੇਰੀ ਸਾਡੀ ਗੁਰਬਾਣੀ ਦੇ ਅਕੋਰਡਿੰਗ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਕੋਰਡਿੰਗ ਸਹੀ ਆ, ਉਹ ਮੇਰੇ ਕੋਲ ਹੋ ਰਹੂਗੀ ਔਰ ਜਿਹੜੀ ਨਹੀਂ ਉਹਨੂੰ ਮੈਂ ਰਿਜੈਕਟ ਕਰ ਦੂੰਗੀ। ਇਹ ਮੇਰਾ ਤਰੀਕਾ ਹੋ ਸਕਦਾ। ਹੁਣ ਜਦੋਂ ਵੀ ਆਪਾਂ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਵਿਵੇਕਤਾ ਦੇ ਨਾਲ ਸਮਝਦੇ ਹਾਂ, ਉਹਨੂੰ ਪੜਚੋਲ ਕਰਦੇ ਹਾਂ ਔਰ ਉਹਦੇ ਵਿੱਚੋਂ ਆਪਾਂ ਜਵਾਬ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਪਰ ਕਰਾਂਗੇ ਆਪਾਂ ਗੁਰਬਾਣੀ ਦੇ ਜ਼ਰੀਏ। ਗੁਰਬਾਣੀ ਦੀ ਕਸਵੱਟੀ ਦੇ ਉੱਤੇ ਹੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਪਰਖਿਆ ਜਾਊਗਾ, ਅਦਰਵਾਈਜ਼ ਨਹੀਂ। ਜਦੋਂ ਆਪਾਂ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦੇਵਾਂਗੇ ਨਾ ਤਾਂ ਸਾਡਾ ਸਭ ਤੋਂ ਪਹਿਲਾ ਜਿਹੜਾ ਛੁਟਕਾਰਾ ਉਹ ਦੇਹਧਾਰੀ ਗੁਰੂਡਮ ਤੋਂ ਹੋ ਜਾਊਗਾ। ਕਿਉਂਕਿ ਦੇਹਧਾਰੀ ਜਾਂ ਇਹ ਕਹਿ ਲਈਏ ਕਿ ਦੇਹਾਂ ਦੇ ਨਾਲ ਆਪਾਂ ਅਟੈਚ ਕਦੋਂ ਹੁੰਦੇ ਆ, ਜ਼ਰੂਰੀ ਨਹੀਂ ਗੁਰੂਡਮ ਵੀ ਕਹਿਣਾ ਬਹੁਤ ਵੱਡੀ ਗੱਲ ਆ, ਪਰ ਆਪਾਂ ਦੇਹਾਂ ਦੇ ਨਾਲ ਅਟੈਚ ਕਦੋਂ ਹੁੰਦੇ ਆ, ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਫਲਾਣਾ ਬੰਦਾ ਜੋ ਕੁਝ ਵੀ ਬੋਲ ਰਿਹਾ ਉਹ ਸੱਚ ਹੈ ਔਰ ਮੈਨੂੰ ਉਹਦੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ। ਅੰਧ ਭਗਤੀ ਜਿਹੜੀ ਆ ਉਹ ਇਸੇ ਵਿੱਚੋਂ ਹੀ ਨਿਕਲ ਕੇ ਆਉਂਦੀ ਆ, ਕਿਉਂਕਿ ਅਸੀਂ ਉਹਨੂੰ ਪਰਖਣਾ ਬੰਦ ਕਰ ਦਿੰਦੇ ਹਾਂ। ਅਸੀਂ ਉਹਨੂੰ ਆਪਣੀ ਵਿਵੇਕਤਾ ਦੇ ਨਾਲ ਦੀ ਕਸਵੱਟੀ ਦੇ ਉੱਤੇ ਜਿਹੜਾ ਉਹਨੂੰ ਪਰਖਣਾ ਬੰਦ ਕਰ ਦਿੰਦੇ ਹਾਂ। ਉਹ ਚਾਹੇ ਕੋਈ ਵੀ ਹੋਏ। ਅਗਰ ਮੈਂ ਵੀ ਕੋਈ ਗੱਲ ਕਰਦੀ ਹਾਂ ਔਰ ਤੁਸੀਂ ਮੈਨੂੰ ਸੁਣਦੇ ਹੋ ਔਰ ਤੁਹਾਨੂੰ ਇਹ ਲੱਗਦਾ ਕਿ ਇਹ ਤਾਂ ਬੀਬੀ ਹਮੇਸ਼ਾ ਸੱਚ ਬੋਲੂਗੀ ਜਾਂ ਬਿਲਕੁਲ ਹੀ ਠੀਕ ਹੋਊਗੀ, ਤਾਂ ਤੁਹਾਡੀ ਗਲਤੀ ਆ, ਕਿਉਂਕਿ ਇਹ ਪੋਸੀਬਲ ਨਹੀਂ ਹੋ ਸਕਦਾ ਮੇਰੀ ਕੋਈ ਗੱਲ ਮੈਂ ਆਪਣੇ ਮਨਮਤ ਦੇ ਵਿੱਚੋਂ ਬੋਲ ਰਹੀ ਹੋਵਾਂ। ਸੋ ਮੇਰੀ ਹਰ ਇੱਕ ਗੱਲ ਨੂੰ, ਹਰ ਇੱਕ ਇਨਫੋਰਮੇਸ਼ਨ ਨੂੰ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਜੋ ਵੀ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ, ਤੁਸੀਂ ਉਸ ਨੂੰ ਇੱਕ ਇਨਫੋਰਮੇਸ਼ਨ ਰੂਪ ਦੇ ਵਿੱਚ ਸਮਝ ਕੇ ਫਿਰ ਉਹਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖੋ। ਜਿਹੜੀ ਗੱਲ ਮੇਰੀ ਗੁਰਬਾਣੀ ਦੇ ਅਕੋਰਡਿੰਗ ਸਹੀ ਲੱਗਦੀ ਆ ਉਹਨੂੰ ਤੁਸੀਂ ਰੱਖ ਲਓ, ਜਿਹੜੀ ਲੱਗਦੀ ਆ ਕਿ ਇਹ ਮਨਮਤ ਆ, ਗੁਰਮਤ ਨਹੀਂ ਆ, ਉਹਨੂੰ ਛੱਡ ਦਿਓ। ਔਰ ਇਹੀ ਟੈਸਟ ਜਿਹੜਾ ਨਾ, ਇਹਨੂੰ ਇੱਕ ਲਿਟਮਸ ਟੈਸਟ ਵਾਂਗੂ ਸਮਝ ਲਓ ਕਿ ਆਪਾਂ ਹਰ ਕਿਸੇ ਜਗ੍ਹਾ ਦੇ ਉੱਤੇ ਕਰਨਾ। ਜਿਸ ਦਿਨ ਅਸੀਂ ਇਹ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਅਸੀਂ ਦੇਹਾਂ ਨਾਲੋਂ ਟੁੱਟ ਕੇ ਸ਼ਬਦ ਦੇ ਲੜ ਲੱਗ ਜਾਵਾਂਗੇ, ਗੁਰਬਾਣੀ ਦੇ ਵੱਲ ਲੜ ਲੱਗ ਜਾਵਾਂਗੇ। ਸੋ ਜਦੋਂ ਗੁਰੂ ਪਾਤਸ਼ਾਹ ਸਾਨੂੰ ਪਾਂਦੇ ਪਾਸ ਪੜ੍ਹਨ ਜਾਣ ਲੱਗਿਆ ਔਰ ਇਹ ਪ੍ਰੈਕਟੀਕਲ ਐਕਸਪੀਰੀਅੰਸ ਦੇ ਥਰੂ ਸਾਡਾ ਫਰਸਟ ਰੂਲ ਵਿਵੇਕ ਬੁੱਧੀ ਵਾਲਾ ਦਿੰਦੇ ਨੇ ਕਿ ਸਿੱਖ ਵਿਵੇਕ ਬੁੱਧੀ ਤੋਂ ਵਹੀਣਾ ਨਹੀਂ ਹੋ ਸਕਦਾ। ਸਿੱਖ ਲਈ ਵਿਵੇਕੀ ਹੋਣਾ ਉਹਦਾ ਪਹਿਲਾ ਨਿਯਮ ਹੈ। ਉਸ ਸਮੇਂ ਹੀ ਉਹ ਸਾਨੂੰ ਕਹਿ ਦਿੰਦੇ ਨੇ ਕਿ ਤੁਹਾਡਾ ਗੁਰੂ ਸਿਰਫ ਸ਼ਬਦ ਹੋ ਸਕਦਾ, ਕਿਉਂਕਿ ਸਿਰਫ ਸ਼ਬਦ ਹੀ ਸਹੀ ਹੋ ਸਕਦਾ। ਬਾਕੀ ਹਰ ਇੱਕ ਚੀਜ਼, ਇਨਸਾਨ ਦੇ ਮੂੰਹ ਚੋਂ ਨਿਕਲੀ ਹੋਈ ਹਰ ਇੱਕ ਚੀਜ਼ ਜਿਹੜੀ ਆ ਉਹ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਸ਼ਾਇਦ ਉਸ ਕਸਵੱਟੀ ਦੇ ਉੱਤੋਂ ਖਰੀ ਨਾ ਉਤਰੇ। ਸੋ ਉਹ ਗੁਰੂ ਜਿਹੜਾ ਦੇਹਧਾਰੀ ਜਾਂ ਆਪਾਂ ਕਹਿ ਲਈਏ ਕਿ ਦੇਹਾਂ ਦੇ ਨਾਲ ਅਟੈਚਮੈਂਟ ਆ, ਉਹ ਗੁਰੂ ਨਾਨਕ ਪਾਤਸ਼ਾਹ ਸਾਨੂੰ ਉਸ ਵੇਲੇ ਜਦੋਂ ਵਿਵੇਕਤਾ ਦਾ ਦਾਨ ਸਾਨੂੰ ਬਖਸ਼ਦੇ ਨੇ ਔਰ ਆਪਾਂ ਬਕਾਇਦਾ ਅਰਦਾਸ ਦੇ ਵਿੱਚ ਮੰਗਦੇ ਵੀ ਹਾਂ ਵਿਵੇਕ ਦਾਨ,
ਤੇ ਜਦੋਂ ਵਿਵੇਕਤਾ ਦਾ ਦਾਨ ਸਾਨੂੰ ਗੁਰੂ ਨਾਨਕ ਪਾਤਸ਼ਾਹ ਪਹਿਲੀ ਵਾਰੀ 'ਚ ਬਖਸ਼ਦੇ ਨੇ ਤਾਂ ਉਦੋਂ ਹੀ ਸਾਨੂੰ ਉਹ ਰਸਤਾ ਸਾਡੇ ਵਾਸਤੇ, ਸਾਡੇ ਧਰਮ ਦਾ ਰਸਤਾ ਉਹ ਸਾਫ਼ ਸਪਸ਼ਟ ਕਰ ਦਿੰਦੇ ਆ ਕਿ ਸਿੱਖ ਵਿਵੇਕੀ ਹੋਊਗਾ, ਵਿਵੇਕੀ ਹੋਣ ਦੇ ਕਰਕੇ ਹੀ ਉਹ ਦੇਹਾਂ ਤੋਂ ਦੂਰ ਰਹੂਗਾ। ਪਰ ਅੱਜ ਆਪਾਂ ਇਹ ਦੇਖ ਲਈਏ ਕਿ ਅਸੀਂ ਕਿੰਨੇ ਕੁ ਇਸ ਚੀਜ਼ ਦੇ ਉੱਤੇ, ਇਸ ਕਸਵੱਟੀ ਉੱਤੇ ਖਰੇ ਉਤਰ ਰਹੇ ਹਾਂ। ਮੈਨੂੰ ਲੱਗਦਾ ਕਿ ਆਪਾਂ ਫਿਰ ਉੱਥੇ ਹੀ ਵਾਪਸ ਜਾਈ ਜਾ ਰਹੇ ਹਾਂ। ਕਿਉਂਕਿ ਅਸੀਂ ਇਨਫੋਰਮੇਸ਼ਨਸ ਨੂੰ ਪ੍ਰੋਪਰ ਗਿਆਨ ਹੀ ਸਮਝਣਾ ਸ਼ੁਰੂ ਕਰਤਾ, ਅਸੀਂ ਇਨਫੋਰਮੇਸ਼ਨ ਨੂੰ ਹੀ ਨੌਲੇਜ ਸਮਝਣਾ ਸ਼ੁਰੂ ਕਰਤਾ। ਉਹਦੇ ਨਾਲ ਹੋਇਆ ਕਿ ਜਿਹੜੇ ਡੇਰੇ ਏ ਨੂੰ ਮੰਨਦੇ ਆ ਉਹਨਾਂ ਨੂੰ ਲੱਗਦਾ ਕਿ ਸਾਡੇ ਇਹ ਡੇਰੇ ਦਾ ਮੁਖੀ ਜਿਹੜਾ ਉਹ ਜੋ ਕਹਿੰਦੇ ਆ ਉਹ ਸੱਚ ਕਹਿੰਦੇ ਆ। ਜਿਹੜੇ ਡੇਰੇ ਬੀ ਨੂੰ ਮੰਨਦੇ ਆ ਉਹਨਾਂ ਨੂੰ ਲੱਗਦਾ ਸਾਡੇ ਵਾਲੇ ਜੋ ਕਹਿੰਦੇ ਉਹ ਸੱਚ ਕਹਿੰਦੇ ਆ। ਔਰ ਡੇਰਾ ਏ ਔਰ ਡੇਰੇ ਬੀ ਦੋਵਾਂ ਦਾ ਆਪਸ 'ਚ ਕਲੈਸ਼ ਹੈ। ਤਾਂ ਇਹਦੇ ਨਾਲ ਹੁੰਦਾ ਕੀ ਆ ਕਿ ਜਿਹੜੇ ਦੋਵਾਂ ਡੇਰਿਆਂ ਨੂੰ ਮੰਨਣ ਵਾਲੇ ਆ ਉਹਨਾਂ ਦਾ ਵੀ ਆਪਸ 'ਚ ਕਲੈਸ਼ ਹੋ ਜਾਂਦਾ। ਉਹ ਇੱਕ ਵਾਲੇ ਜਿਹੜੇ ਕਹਿੰਦੇ ਤੁਸੀਂ ਤੁਹਾਡੇ ਵਾਲੇ ਗਲਤ ਆ, ਦੂਜੇ ਵਾਲੇ ਕਹਿੰਦੇ ਨਹੀਂ ਜੀ ਤੁਹਾਡੇ ਵਾਲੇ ਗਲਤ ਹੈ। ਹੋਣਾ ਕੀ ਚਾਹੀਦਾ ਸੀਗਾ ਕਿ ਡੇਰੇ ਏ ਜਿਹੜੇ ਜਾਂਦੇ ਆ ਉਹ ਜਾ ਕੇ ਜੋ ਵੀ ਉਹਨਾਂ ਦਾ ਜਿਹੜਾ ਉਹ ਲੀਡਰ ਆ ਉਹ ਜੋ ਵੀ ਸਮਝਾਉਂਦਾ ਆ ਤਾਂ ਉਸ ਚੀਜ਼ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖਦੇ। ਇਸੇ ਤਰੀਕੇ ਨਾਲ ਹੀ ਡੇਰੇ ਬੀ ਵਾਲੇ ਗੁਰਬਾਣੀ ਦੀ ਕਸਵੱਟੀ ਉੱਤੇ ਪਰਖਦੇ, ਲੜ ਸਿਰਫ ਉਹ ਸ਼ਬਦ ਦੇ ਲੱਗੇ ਰਹਿੰਦੇ, ਉਹ ਦੇਹਾਂ ਦੇ ਲੜ ਨਾਲ ਲੱਗੇ ਹੁੰਦੇ। ਡੇਰੇ ਏ ਦੀ ਲੀਡਰ ਦੇ ਲੜ ਨਾਲ ਲੱਗੇ ਹੁੰਦੇ, ਡੇਰੇ ਬੀ ਦੇ ਲੀਡਰ ਦੇ ਲੜ ਨਾਲ ਲੱਗੇ ਹੁੰਦੇ। ਫਿਰ ਉਹਨਾਂ ਦਾ ਜਿਹੜਾ ਕੌਨਫਲਿਕਟ ਆ ਉਹ ਕਦੀ ਨਹੀਂ ਸੀ ਹੋ ਸਕਦਾ, ਕਿਉਂਕਿ ਲੀਡਰਸ ਦਾ ਆਪਸ 'ਚ ਕੌਨਫਲਿਕਟ ਹੋ ਸਕਦਾ, ਇੰਡੀਵਿਜੂਅਲਸ ਦਾ ਕੌਨਫਲਿਕਟ ਹੋ ਸਕਦਾ, ਵਿਚਾਰਧਾਰਾ ਦਾ ਕੌਨਫਲਿਕਟ ਨਹੀਂ ਸੀ ਹੋਣਾ ਜੇਕਰ ਅਸੀਂ ਸਿਰਫ ਗੁਰਬਾਣੀ ਦੇ ਲੜ ਲੱਗੇ ਰਹਿੰਦੇ। ਖੈਰ, ਇਸੇ ਕਰਕੇ ਸ਼ਾਇਦ ਕਿਉਂਕਿ ਵਿਵੇਕਤਾ ਦੀ ਇੰਨੀ ਇੰਪੋਰਟੈਂਸ ਹੈ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੰਨਾ ਇੰਪੋਰਟੈਂਟ ਨਿਯਮ ਦਿੱਤਾ, ਸ਼ਾਇਦ ਇਸੇ ਕਰਕੇ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ, ਕਿ ਜਿਸ ਦੇ ਅੰਦਰ ਵਿਵੇਕ ਦੇ ਨਾਲ ਵਿਚਾਰ ਆ ਜਾਂਦਾ ਹੈ, ਜਿਸ ਦੇ ਅੰਦਰ ਵਿਵੇਕ ਬੁੱਧੀ ਦੇ ਉੱਤੇ ਵਿਚਾਰਨ ਦੀ ਸ਼ਮਤਾ ਪੈਦਾ ਹੋ ਜਾਂਦੀ ਆ, ਉਹ ਸਾਰਿਆਂ ਦੇ ਵਿੱਚ ਰਹਿ ਕੇ ਵੀ ਸਾਰਿਆਂ ਤੋਂ ਵੱਖਰਾ ਹੁੰਦਾ ਹੈ। ਉਹ ਬੇਸ਼ੱਕ ਤੁਹਾਡੇ ਮੇਰੇ ਵਾਂਗੂ ਆਮ ਦਿਖੂਗਾ ਪਰ ਉਹ ਆਮ ਰਹਿ ਨਹੀਂ ਜਾਂਦਾ ਕਿਉਂਕਿ ਵਿਵੇਕਤਾ ਉਹਦੇ ਨਾਲ ਆ ਜਾਂਦੀ ਹੈ। ਅਗਲੀ ਗੱਲ, ਹੁਣ ਵਿਵੇਕੀ ਹੋਣ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਮੈਂ ਵਿਵੇਕੀ ਹਾਂ ਇਸ ਕਰਕੇ ਮੈਂ ਤੁਹਾਨੂੰ ਪਰਖਦੀ ਰਹਾਂ। ਵਿਵੇਕੀ ਹੋਣ ਦਾ ਮਤਲਬ ਗੁਰੂ ਪਾਤਸ਼ਾਹ ਵੀ ਸਾਨੂੰ ਦੱਸਦੇ ਨੇ ਕਿ ਵਿਵੇਕੀ ਹੋਣ ਦਾ ਮਤਲਬ ਇਹ ਵੀ ਹੈ ਕਿ ਤੁਸੀਂ ਆਪਣੇ ਆਪ ਨੂੰ ਵੀ ਘੋਖਦੇ ਰਹੋ। ਮੈਂ ਆਪਣੇ ਆਪ ਦੇ ਵਿੱਚ ਵੀ ਝਾਕਦੀ ਰਹਾਂ ਕਿ ਮੈਂ ਕਿੱਥੇ ਗਲਤ ਹਾਂ ਜਾਂ ਮੇਰੇ ਕੋਲੋਂ ਕਿੱਥੇ ਕੋਈ ਕਮੀ ਰਹਿ ਰਹੀ ਹੈ, ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਰਾਸਤਾ ਮੈਨੂੰ ਦਿੱਤਾ ਸੀ, ਜਿਹੜੇ ਨਿਯਮ ਮੈਨੂੰ ਦਿੱਤੇ ਸੀ, ਕਿਆ ਮੈਂ ਉਹਨਾਂ ਉੱਤੇ ਚੱਲ ਪਾ ਰਹੀ ਹਾਂ। ਤਾਂ ਇਹ ਹਰ ਸਮੇਂ ਮੈਨੂੰ ਖੁਦ ਨੂੰ ਵੀ ਆਪਣੇ ਅੰਦਰ ਵੀ ਝਾਤੀ ਮਾਰਦੇ ਰਹਿਣਾ। ਸੋ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਇੱਕ ਡਾਇਰੀ ਲਾ ਲਈਏ ਜਾਂ ਇੱਕ ਪੇਜ ਲਿਖ ਲਈਏ ਔਰ ਹਰ ਹਫਤੇ ਦਾ ਅਸੀਂ ਇੱਕ ਨਿਯਮ ਆਪਣੇ ਲਈ ਇੱਕ ਲਿਖ ਲਿਆ ਕਰੀਏ ਕਿ ਇਹ ਨਿਯਮ ਦੇ ਉੱਤੇ ਚੱਲਣਾ, ਕਿਉਂਕਿ ਪ੍ਰੈਕਟੀਕਲ ਕਰਾਂਗੇ ਤਾਂ ਆਪਾਂ ਫਿਰ ਅੱਗੇ ਪਹੁੰਚਾਂਗੇ, ਅਦਰਵਾਈਜ਼ ਕਿਤੇ ਨਹੀਂ ਪਹੁੰਚਿਆ ਜਾਣਾ, ਗੱਲਾਂ ਹੀ ਰਹਿ ਜਾਣੀਆਂ। ਔਰ ਇਹ ਗੱਲਾਂ ਆਪਾਂ ਬੜੇ ਸਮੇਂ ਤੋਂ ਕਰ ਰਹੇ ਹਾਂ, ਇਹ ਗੱਲਾਂ ਆਪਾਂ ਇੱਕ ਦੂਸਰੇ ਨਾਲ ਆਮ ਕਰਦੇ ਰਹਿੰਦੇ ਹਾਂ ਕਿ ਸਿੱਖ ਇੱਦਾਂ ਦਾ ਹੋਣਾ ਚਾਹੀਦਾ, ਸਿੱਖ ਉਦੋਂ, ਪਰ ਆਪਾਂ ਕਰਦੇ ਨਹੀਂ। ਸੋ ਆਪਾਂ 1 ਬਾਏ 1 ਹਰ ਇੱਕ ਹਫਤੇ ਦਾ ਇੱਕ ਟੀਚਾ ਮਿਥ ਲਈਏ। ਅੱਜ ਦਾ ਜਿਹੜਾ ਹਫਤਾ ਹੈ ਕਿਉਂਕਿ ਆਪਾਂ ਹੁਣ ਗੱਲ ਕੀਤੀ ਵਿਵੇਕਤਾ ਦੀ, ਇਸ ਨਿਯਮ ਨੂੰ ਆਪਣੇ ਉੱਤੇ ਲਾਗੂ ਕਰਨਾ ਸ਼ੁਰੂ ਕਰੀਏ। ਆਪਾਂ ਸਾਰੇ ਇੱਕ ਦੂਸਰੇ ਨਾਲ ਇਹ ਵਾਅਦਾ ਕਰੀਏ ਜਾਂ ਕਹਿ ਲਓ ਕਿ ਆਪਣੇ ਆਪ ਨਾਲ ਵਾਅਦਾ ਕਰੀਏ ਕਿ ਆਹ ਜਿਹੜਾ ਹਫਤਾ ਇਸ ਸੰਡੇ ਤੋਂ ਲੈ ਕੇ ਅਗਲੇ ਐਤਵਾਰ ਤੱਕ ਜਦੋਂ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਅਸੀਂ ਪੂਰਾ ਇੱਕ ਹਫਤਾ ਆਪਣੇ ਆਪ ਨੂੰ ਘੋਖਾਂਗੇ। ਵਿਵੇਕ ਬੁੱਧੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਕਰਕੇ ਔਰ ਉਹਨਾਂ ਕੋਲੋਂ ਇਹ ਮੰਗੀਏ ਕਿ ਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਦ ਨੂੰ ਅੰਦਰੋਂ ਘੋਖਣ ਦੇ ਲਈ ਇਜਾਜ਼ਤ ਦਿਓ ਔਰ ਇਹਨਾਂ ਬਲ ਬਖਸ਼ੋ ਕਿ ਅਸੀਂ ਉਹ ਜਿਹੜੀ ਵਿਵੇਕ ਬੁੱਧੀ ਦਾ ਤੁਸੀਂ ਸਾਨੂੰ ਦਾਨ ਦਿੱਤਾ ਉਹ ਮੈਂ ਆਪਣੇ ਆਪ ਨੂੰ ਸਮਝਣ ਦੇ ਲਈ ਲਾਵਾਂ। ਗੁਰੂ ਪਾਤਸ਼ਾਹ ਲਿਖਦੇ ਨੇ, ਫਰਮਾਉਂਦੇ ਨੇ, ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦ ਗੁਣ ਗਾਵਣਿਆ। ਅੰਤਰ ਵਿਵੇਕ ਸਦਾ ਆਪ ਵਿਚਾਰੇ। ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਵਿਚਾਰੋ ਕਿ ਅਸੀਂ ਕੀ ਹਾਂ, ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਗੁਰੂ ਦੀ ਸਿੱਖੀ ਦੇ ਉੱਤੇ ਪ੍ਰੋਪਰ ਚੱਲ ਰਹੇ ਹਾਂ। ਜੋ ਕੁਝ ਵੀ ਆਪਾਂ ਬੋਲਦੇ ਹਾਂ ਕਿ ਆਹ ਸਿੱਖੀ ਹੁੰਦੀ ਆ, ਆਹ ਸਿੱਖੀ ਹੁੰਦੀ ਆ, ਕਿਆ ਉਹ ਗੁਰੂ ਨਾਨਕ ਦੀ ਸਿੱਖੀ ਆ ਜਾਂ ਸਾਡੇ ਆਪਣੇ ਐਕਸਕਿਊਜ਼ਸ ਘੜੇ ਹੋਏ ਨੇ। ਆਪਾਂ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਆਪਣੇ ਉੱਤੇ ਲਾ ਕੇ ਦੇਖਣਾ ਸ਼ੁਰੂ ਕਰੀਏ। ਹੁਣ ਜਦੋਂ ਅਸੀਂ ਵਿਵੇਕਤਾ ਦੇ ਨਾਲ ਘੋਖਾਂਗੇ ਜਾਂ ਆਪਣੇ ਆਪ ਨੂੰ ਵਿਚਾਰਾਂਗੇ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਾਹਦੇ ਦੇ ਉੱਤੇ ਵਿਚਾਰ ਰਹੇ ਹਾਂ।
ਇਸੇ ਚੀਜ਼ ਨੂੰ ਸਾਡੇ ਕੋਲ ਥੋੜ੍ਹਾ ਹੋਰ ਮਟੀਰੀਅਲ ਹੋਵੇ ਆਪਣੇ ਆਪ ਨੂੰ ਘੋਖਣ ਲਈ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੀ ਬੇਨਤੀ ਕਰਕੇ ਆਪਾਂ ਅੱਗੇ ਚੱਲੀਏ। ਤਾਂ ਗੁਰੂ ਪਾਤਸ਼ਾਹ ਜਿੱਥੇ ਆਪਾਂ ਪਿਛਲਾ ਐਪੀਸੋਡ ਛੱਡਿਆ ਸੀਗਾ ਉਹ ਇਹ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਵਿਵੇਕ ਬੁੱਧੀ ਦੀ ਮਿਸਾਲ ਉਹ ਅਗਲੀ ਇੱਕ ਹੋਰ ਐਪੀਸੋਡ ਵਿੱਚ ਉਹਨਾਂ ਦੀ ਲਾਈਫ 'ਚੋਂ ਮਿਲਦੀ ਆ। ਜਿਹੜਾ ਉਹਨਾਂ ਦਾ ਅਗਲਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਉਹ ਹੈ ਜਿਹੜੀ ਉਪਨयन ਦੀ ਰਸਮ ਹੋਣੀ ਆ, ਜਿਹਦੇ 'ਚ ਉਹਨਾਂ ਨੂੰ ਜਨੇਊ ਪਾਇਆ ਜਾਣਾ ਸੀ। ਹੁਣ ਇਹ ਕਹਾਣੀ, ਇਹ ਸਾਖੀ ਸਾਨੂੰ ਸਭ ਨੂੰ ਪਤਾ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਇਆ ਜਾਣਾ ਤਾਂ ਪੰਡਤ ਸਾਹਿਬ ਉਹਨਾਂ ਨੂੰ ਬੋਲਦੇ ਨੇ ਕਿ ਲਓ ਜੀ ਤੁਹਾਡੇ ਜਨੇਊ ਦੀ ਰਸਮ ਹੋਣੀ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਪੰਡਤ ਜੀ ਨੂੰ ਪੁੱਛਦੇ ਨੇ ਕਿ ਇਸ ਜਨੇਊ ਨਾਲ ਕੀ ਹੋਊਗਾ। ਤਾਂ ਪੰਡਤ ਜੀ ਉਹਨਾਂ ਨੂੰ ਜਵਾਬ ਦਿੰਦੇ ਨੇ ਕਿ ਤੁਸੀਂ ਧਰਮ ਦੇ ਵਿੱਚ ਆ ਜਾਓਗੇ। ਤਾਂ ਗੁਰੂ ਨਾਨਕ ਪਾਤਸ਼ਾਹ ਅੱਗੋਂ ਜਵਾਬ ਦਿੰਦੇ ਨੇ ਕਿ ਠੀਕ ਹੈ, ਜੇ ਇਹੀ ਗੱਲ ਹੈ ਸਭ ਤੋਂ ਪਹਿਲਾਂ ਮੇਰੀ ਭੈਣ ਦੇ ਪਾਓ, ਕਿਉਂਕਿ ਉਹਦੇ ਹਜੇ ਜਨੇਊ ਪਾਇਆ ਨਹੀਂ ਹੋਇਆ। ਤਾਂ ਪੰਡਤ ਜੀ ਕਹਿੰਦੇ ਨੇ ਕਿ ਨਹੀਂ, ਉਹ ਔਰਤ ਹੈ, ਉਹਦੇ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਧਰਮ 'ਚ ਨਹੀਂ ਆ ਸਕਦੀ। ਤਾਂ ਗੁਰੂ ਨਾਨਕ ਪਾਤਸ਼ਾਹ ਜਵਾਬ ਇਹ ਦਿੰਦੇ ਨੇ ਕਿ ਜੇ ਮੇਰੀ ਭੈਣ ਧਰਮ 'ਚ ਨਹੀਂ ਆ ਸਕਦੀ, ਮੈਂ ਇਸੇ ਧਰਮ ਨੂੰ ਕੀ ਕਰਨਾ, ਮੈਂ ਵੀ ਉਹ ਜਨੇਊ ਨਹੀਂ ਪਾਉਣਾ। ਹੁਣ ਇੱਥੇ ਇੱਕ ਗੱਲ ਜਿਹੜੀ ਆਪਾਂ ਪਿਛਲੀ ਵਾਰੀ ਵੀ ਇਹ ਗੱਲ ਆਪਾਂ ਡਿਸਕਸ ਕਰ ਰਹੇ ਸੀ ਔਰ ਇੱਥੇ ਆਪਾਂ ਛੱਡਿਆ ਸੀ, ਇੱਥੇ ਸਾਨੂੰ ਸਮਝਣਾ ਪਊਗਾ। ਇੱਕ ਗੱਲ ਤਾਂ ਇਹ ਕਿ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਓਬਵੀਅਸ ਜੀ ਗੱਲ ਆ, ਮੈਂ ਪਹਿਲਾਂ ਵੀ ਬੜੀ ਵਾਰੀ ਇਹ ਗੱਲ ਕਹੀ ਆ ਕਿ ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਰਿਵਾਜ਼ ਜਾਂ ਕੋਈ ਰੀਤੀ ਨੂੰ ਅਸੀਂ ਆਪਾਂ ਉਹਨੂੰ ਰੱਖਣਾ ਹੁੰਦਾ, ਕਰਨਾ ਹੁੰਦਾ, ਜੋ ਵੀ ਰੀਤ ਰਿਵਾਜ਼ ਨੇ ਉਹ ਨਿਭਾਉਣੇ ਹੁੰਦੇ ਨੇ ਜਦੋਂ ਆਪਣੇ ਘਰਾਂ ਦੇ ਵਿੱਚ, ਤਾਂ ਅਸੀਂ ਬਕਾਇਦਾ ਘਰਾਂ ਦੇ ਵਿੱਚ ਪਹਿਲਾਂ ਉਹਨਾਂ ਬਾਰੇ ਡਿਸਕਸ਼ਨ ਹੁੰਦੀ ਆ। ਡਿਸਕਸ਼ਨ ਹੋਣ ਤੋਂ ਬਾਅਦ 12 ਸਾਲ ਜਾਂ 10 ਸਾਲ ਦੀ ਉਮਰ ਦੇ ਵਿੱਚ ਹੁੰਦੇ ਆ, ਤਾਂ ਉਸ ਟਾਈਮ 'ਤੇ ਬੱਚਾ ਪ੍ਰੋਪਰ ਆਪਣੇ ਹੋਸ਼ 'ਚ ਹੁੰਦਾ। ਹੁਣ ਗੁਰੂ ਨਾਨਕ ਨੂੰ ਆਪਾਂ ਬੱਚਾ ਨਹੀਂ ਕਹਿ ਸਕਦੇ, ਪਰ ਅਗਰ ਆਪਾਂ ਇੱਕ ਹਿਊਮਨ ਲੈਵਲ ਦੇ ਉੱਤੇ ਆ ਕੇ ਉਮਰ ਦੇਖੀਏ ਤਾਂ ਉਸ ਸਮੇਂ ਬੱਚੇ ਨੂੰ ਹੋਸ਼ ਹੁੰਦੀ ਆ। ਤਾਂ ਉਸ ਟਾਈਮ ਦੇ ਉੱਤੇ ਜਦੋਂ ਘਰ ਦੇ ਵਿੱਚ ਸਲਾਹ ਮਸ਼ਵਰਾ ਹੋਇਆ ਹੋਊਗਾ ਤਾਂ ਬਕਾਇਦਾ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਹੋਊਗਾ ਕਿ ਇਹ ਕੀ ਹੋ ਰਿਹਾ। ਹੁਣ ਜੇ ਗੁਰੂ ਨਾਨਕ ਦਾ ਵੈਰ ਹੁੰਦਾ ਜਨੇਊ ਦੇ ਨਾਲ, ਜਾਂ ਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਜਨੇਊ ਹੀ ਨਹੀਂ ਪਾਉਣਾ ਹੁੰਦਾ, ਮਹਿਜ਼ ਇੰਨੀ ਜੀ ਗੱਲ ਹੀ ਹੁੰਦੀ ਕਿ ਮੈਂ ਜਨੇਊ ਨਹੀਂ ਪਾਉਣਾ, ਤਾਂ ਫਿਰ ਉਹ ਆਪਣੇ ਪਿਤਾ ਜੀ ਨੂੰ ਪਹਿਲਾਂ ਹੀ ਕਹਿ ਸਕਦੇ ਸੀਗੇ ਕਿ ਦੇਖੋ ਪਿਤਾ ਜੀ, ਮੈਂ ਇਹ ਕੰਮ ਨਹੀਂ ਕਰਨਾ, ਤੁਸੀਂ ਮੇਰੇ ਵਾਸਤੇ ਪੰਡਤ ਜੀ ਨੂੰ ਨਾ ਬੁਲਾਓ। ਉਹ ਇੰਜ ਨਹੀਂ ਕਰਦੇ, ਉਹ ਬਕਾਇਦਾ ਸਾਰਿਆਂ ਨੂੰ ਇਕੱਠਾ ਕਰ ਲੈਂਦੇ ਆ। ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਜਿਹੜੇ ਰਿਸ਼ਤੇਦਾਰ, ਆਸ ਪੜੋਸ ਦੇ ਲੋਕ ਸਾਰੇ ਆਏ ਹੋਣਗੇ। ਓਬਵੀਅਸ ਜੀ ਗੱਲ ਆ, ਕਿਉਂਕਿ ਐਡੀ ਵੱਡੀ ਉਪਨयन ਦੀ ਰੀਤੀ ਆ, ਪੂਰੀ ਇੱਕ ਰਿਵਾਜ਼ ਆ ਪੂਰਾ, ਹੈ ਨਾ। ਔਰ ਬਕਾਇਦਾ ਸਾਰੇ ਆਏ ਹੋਣਗੇ। ਅੱਜ ਵੀ ਇੱਦਾਂ ਹੀ ਹੁੰਦਾ ਹਿੰਦੂ ਘਰਾਣਿਆਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜਦੋਂ ਉਪਨयन ਦੀ ਰੀਤੀ ਹੁੰਦੀ ਆ ਤਾਂ ਬਹੁਤੇ ਨਹੀਂ ਤਾਂ ਆਪਣੇ ਆਸ ਪੜੋਸ ਦੇ ਜਾਂ ਆਪਣੇ ਜਿਹੜੇ ਬੜੇ ਨੀਅਰ ਐਂਡ ਡੀਅਰ ਵਨਸ ਉਹਨਾਂ ਨੂੰ ਤਾਂ ਬੁਲਾ ਹੀ ਲੈਂਦੇ ਆ। ਉਦੋਂ ਵੀ ਅਗਰ ਆਪਾਂ ਇਹ ਮੰਨ ਲਈਏ ਕਿ ਬਹੁਤ ਦੂਰੋਂ ਨਹੀਂ ਬੁਲਾਏ ਹੋਣਗੇ ਤਾਂ ਘੱਟੋ ਘੱਟ ਆਪਣੇ ਆਸ ਪੜੋਸ ਦੇ ਪੰਡਤ ਜੀ ਦੇ ਨਾਲ ਲੱਗਦੇ ਹੋਰ ਕੁਝ ਪੰਡਤ ਜੀ ਤਾਂ ਆਏ ਹੀ ਹੋਣਗੇ। ਹੁਣ ਉਹਨਾਂ ਸਾਰਿਆਂ ਨੂੰ ਗੁਰੂ ਪਾਤਸ਼ਾਹ ਪਹਿਲਾਂ ਇਕੱਠੇ ਹੋ ਲੈਣ ਦਿੰਦੇ ਆ, ਔਰ ਜਦੋਂ ਇਕੱਠੇ ਹੋ ਕੇ ਇਹ ਰੀਤ ਸ਼ੁਰੂ ਕਰਦੇ ਆ ਉਦੋਂ ਪਾਤਸ਼ਾਹ ਉਹਨਾਂ ਕੋਲੇ ਸਵਾਲ ਕਰਦੇ ਆ। ਹੁਣ ਇਹਦਾ ਜਿਹੜਾ ਇਹਦੀ ਪ੍ਰੈਕਟੀਕੈਲਿਟੀ ਕੀ ਆ, ਇਹਦਾ ਸਾਡੇ ਕੋਲ ਇਹਦਾ ਸਿਗਨੀਫੀਕੈਂਸ ਕੀ ਆ ਇਸ ਪੂਰੇ ਵਰਤਾਰੇ ਦਾ, ਉਹ ਸਮਝਣਾ ਬੜਾ ਜ਼ਰੂਰੀ ਆ। ਹੁਣ ਇਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਗੱਲ ਤਾਂ ਇਹ ਕਰ ਦਿੱਤੀ ਕਿ ਵਿਵੇਕਤਾ ਤਾਂ ਬਿਲਕੁਲ ਠੀਕ ਆ, ਪਰ ਵਿਵੇਕਤਾ ਦਾ ਮਤਲਬ ਇਹ ਨਹੀਂ ਕਿ ਆਪਾਂ ਪਿੱਠ ਪਿੱਛੇ ਗੱਲਾਂ ਕਰੀ ਜਾਈਏ। ਤੁਹਾਨੂੰ ਡਾਇਲੌਗ ਦੇ ਵਿੱਚ ਆਉਣਾ ਪਊਗਾ। ਗੁਰੂ ਨਾਨਕ ਪਾਤਸ਼ਾਹ ਨੇ ਧਰਮ ਦੇ ਵਿੱਚ ਡਾਇਲੌਗ ਦਾ ਰਸਤਾ ਜਿਹੜਾ ਉਹ ਖੁੱਲ੍ਹਾ ਕਰ ਦਿੱਤਾ। ਸਿੱਖਾਂ ਦੇ ਧਰਮ ਦੇ ਵਿੱਚ ਜਿਹੜੀ ਅਗਲੀ ਗੱਲ ਆ ਉਹ ਡਾਇਲੌਗ ਦੀ ਆਉਂਦੀ ਆ। ਹੁਣ ਵਿਵੇਕਤਾ ਦੇ ਵਿੱਚ ਰਹਿ ਕੇ ਆਪਾਂ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਈ, ਆਪਾਂ ਪ੍ਰੋਸੈਸ ਵੀ ਕਰ ਲਈ, ਆਪਾਂ ਉਹਦੇ 'ਤੇ ਸਵਾਲ ਜਵਾਬ ਵੀ ਕਰ ਲਏ, ਪਰ ਕਿਆ ਉਹ ਇਸੇ ਤਰੀਕੇ ਨਾਲ ਹੀ ਹੈ ਕਿ ਮੇਰਾ ਸਵਾਲ ਸਰਵੋੱਚ ਸਵਾਲ ਹੈ ਔਰ ਅਗਲੇ ਦਾ ਜਵਾਬ ਕੁਛ ਵੀ ਨਹੀਂ, ਜਾਂ ਜੋ ਮੈਂ ਜਵਾਬ ਦੇ ਰਿਹਾ ਸਿਰਫ ਉਹੀ ਪਰਮ ਸੱਚ ਹੈ ਨਾ, ਪਰਮ ਸੱਚ ਉਹੀ ਹੈ? ਕਿਆ ਉਹ ਗੱਲ ਆ ਮੇਰੇ ਅੰਦਰ? ਅਗਰ ਤਾਂ ਉਹ ਗੱਲ ਆ ਫਿਰ ਨਹੀਂ। ਸਿੱਖਾਂ ਦੇ ਵਿੱਚ ਡਾਇਲੌਗ ਦਾ ਰਸਤਾ, ਜੋ ਮੈਂ ਬੋਲਾਂ ਉਹ ਤੁਸੀਂ ਸੁਣੋ, ਜੋ ਤੁਸੀਂ ਬੋਲੋ ਉਹ ਮੈਂ ਸੁਣਾ, ਔਰ ਦੋਨਾਂ ਦੇ ਵਿੱਚੋਂ ਜਿਹੜਾ ਵੀ ਉਸ ਡਾਇਲੌਗ ਦੇ ਵਿੱਚ ਹੈ ਨਾ, ਉਹ ਆਰਗੂਮੈਂਟ ਦੇ ਵਿੱਚ ਨਹੀਂ, ਉਸ ਡਾਇਲੌਗ ਦੇ ਵਿੱਚ ਜਿਹੜਾ ਵੀ ਜ਼ਿਆਦਾ ਰੈਸ਼ਨਲ ਸਾਬਤ ਹੋਵੇ ਉਹਨੂੰ ਲੈ ਲਿਆ ਜਾਏ। ਇਹ ਰਸਤਾ ਬੜਾ ਜ਼ਰੂਰੀ ਆ। ਅੱਜ ਸਾਡੇ ਸਿੱਖਾਂ ਦੇ ਵਿੱਚ ਪ੍ਰੋਬਲਮ ਕੀ ਆ ਕਿ ਅਸੀਂ ਸਵਾਲ ਕਰਦੇ ਹਾਂ ਇਹ ਦੱਸਣ ਨੂੰ ਕਿ ਮੈਂ ਤੇਰੇ ਤੋਂ ਜ਼ਿਆਦਾ ਇੰਟੈਲੀਜੈਂਟ ਹਾਂ,
ਔਰ ਅਗਲਾ ਜਵਾਬ ਜਦੋਂ ਦਿੰਦਾ ਤਾਂ ਸਾਨੂੰ ਅਸੀਂ ਪਹਿਲਾਂ ਮਨ ਬਣਾ ਚੁੱਕੇ ਹੁੰਦੇ ਹਾਂ ਕਿ ਮੇਰਾ ਅਗਲਾ ਸਵਾਲ ਜਿਹੜਾ ਇਸ ਦੇ ਜਵਾਬ ਨੂੰ ਕੱਟਣ ਵਾਸਤੇ ਆਊਗਾ। ਤਾਂ ਹਜੇ ਉਹ ਅਗਲੇ ਬੰਦੇ ਦਾ ਜਵਾਬ ਪੂਰਾ ਵੀ ਨਹੀਂ ਹੋਇਆ ਹੁੰਦਾ, ਪਰ ਆਪਾਂ ਅੱਗੋਂ ਆਪਣਾ ਜਵਾਬ ਆਪਣਾ ਅਗਲਾ ਸਵਾਲ ਤਿਆਰ ਰੱਖਦੇ ਹਾਂ। ਕਿਉਂਕਿ ਸਾਨੂੰ ਇਹ ਪ੍ਰੂਵ ਕਰਨਾ, ਅਸੀਂ ਸਵਾਲ ਜਵਾਬ ਡਾਇਲੋਗ ਦੇ ਵਿੱਚ ਜਾਣ ਨੂੰ ਨਹੀਂ ਕਰਦੇ, ਅਸੀਂ ਜਿੱਤਣ ਨੂੰ ਕਰਦੇ ਹਾਂ। ਔਰ ਇਹ ਸਿੱਖੀ ਦਾ ਮਾਰਗ ਨਹੀਂ। ਸਿੱਖੀ ਦੇ ਮਾਰਗ ਦੇ ਵਿੱਚ ਜਿੱਤ ਹਾਰ ਸਿਰਫ ਡਾਇਲੋਗ ਦੇ ਉੱਤੇ ਨਹੀਂ ਆ ਕੇ ਖੜਦੀ। ਡਾਇਲੋਗ ਹੈ, ਦੋਵਾਂ ਦੇ ਰੈਸ਼ਨਲ ਪੁਆਇੰਟਸ ਨੇ। ਦੇਖੋ, ਔਰ ਇਸੇ ਨੂੰ ਸ਼ਾਇਦ ਬਾਅਦ 'ਚ ਗੁਰੂ ਪਾਤਸ਼ਾਹ ਇਹ ਲਿਖਦੇ ਨੇ, ਹੋ ਇਕੱਤਰ ਮਿਲ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ। ਉਹ ਸ਼ਾਇਦ ਇਸੇ ਤੋਂ ਬਾਅਦ ਇਹ ਗੱਲ ਆਉਂਦੀ ਆ, ਜਦੋਂ ਇਕੱਤਰ ਹੋਣ ਦੀ ਗੱਲ ਗੁਰੂ ਪਾਤਸ਼ਾਹ ਕਰਦੇ ਨੇ, ਡਾਇਲੋਗ ਦੀ ਗੱਲ ਕਰਦੇ ਨੇ। ਹੁਣ ਇਹਦੇ ਨਾਲ ਹੀ ਅਗਲੀ ਗੱਲ ਜਿਹੜਾ ਇਸੇ ਵਰਤਾਰੇ 'ਚੋਂ ਸਿਗਨੀਫਿਕੈਂਸ ਹੈ, ਉਹ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੀ ਭੈਣ ਬਾਰੇ ਗੱਲ ਕਰਦੇ ਨੇ ਤੇ ਉਹ ਇਸ ਗੱਲ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਠੀਕ ਹੈ, ਜੇ ਮੇਰੀ ਭੈਣ ਨਹੀਂ ਆ ਸਕਦੀ ਤਾਂ ਮੈਂ ਵੀ ਨਹੀਂ ਆਉਣਾ ਇਸ ਧਰਮ ਦੇ ਵਿੱਚ। ਤਾਂ ਉਹ ਇਤਿਹਾਸ ਦਾ, ਮਾਨਵ ਇਤਿਹਾਸ ਦਾ, ਮਨੁੱਖੀ ਇਤਿਹਾਸ ਦਾ ਪਹਿਲਾ ਵੇਲਾ ਹੈ ਜਦੋਂ ਵੂਮਨ ਐਮਪਾਵਰਮੈਂਟ ਦੀ ਕੋਈ ਗੱਲ ਚੁੱਕਦਾ। ਜਿੰਨੀਆਂ ਵੀ ਫੈਮਿਨਿਸਟ ਵੌਇਸਿਸ ਹੋਈਆਂ, ਜੇ ਆਪਾਂ ਉਹਨਾਂ ਸਾਰੀਆਂ ਦੇ ਬਾਰੇ ਦੇਖਣਾ ਸ਼ੁਰੂ ਕਰ ਲਈਏ ਔਰ ਉਹਨਾਂ ਦਾ ਇਤਿਹਾਸ ਦੇਖਣਾ ਸ਼ੁਰੂ ਕਰ ਲਈਏ ਤਾਂ ਸ਼ਾਇਦ ਉਹ ਲੇਟ ਆਉਂਦੀਆਂ ਨੇ। ਗੁਰੂ ਨਾਨਕ ਪਹਿਲੇ ਫੈਮਿਨਿਸਟ ਹੋਣਗੇ, ਅਗਰ ਇਸੇ ਚੀਜ਼ ਨੂੰ ਆਪਾਂ ਫੈਮਿਨਿਜ਼ਮ ਬੋਲਦੇ ਹਾਂ ਤਾਂ ਪਹਿਲੇ ਫੈਮਿਨਿਸਟ ਨੇ ਜਿਹੜੇ ਵੂਮਨ ਐਮਪਾਵਰਮੈਂਟ ਦੀ ਗੱਲ ਕਰਦੇ ਆ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਧਰਮ ਦੇ ਵਿੱਚ ਆ ਜਾਣਾ ਆਪਣੇ ਆਪ ਵਿੱਚ ਇੱਕ ਐਮਪਾਵਰਮੈਂਟ ਵਾਲੀ ਗੱਲ ਸੀਗੀ। ਅੱਜ ਵਾਂਗੂ ਤਾਂ ਬਿਲਕੁਲ ਨਹੀਂ ਸੀ ਨਾ, ਉਦੋਂ ਤਾਂ ਸਿਸਟਮ ਹੋਰ ਸੀ। ਜੋ ਇੱਕ ਪਰਟੀਕੂਲਰ ਧਰਮ ਦੇ ਵਿੱਚ ਹੈ ਉਹ ਐਮਪਾਵਰਡ ਹੈ, ਜੋ ਇੱਕ ਪਰਟੀਕੂਲਰ ਧਰਮ ਦੇ ਵਿੱਚ ਨਹੀਂ ਉਹ ਐਮਪਾਵਰਡ ਨਹੀਂ। ਤਾਂ ਉਸ ਟਾਈਮ 'ਤੇ ਇਹ ਗੱਲ ਬਹੁਤ ਇੰਪੋਰਟੈਂਸ ਰੱਖਦੀ ਸੀਗੀ। ਤਾਂ ਗੁਰੂ ਨਾਨਕ ਦਾ ਵੂਮਨ ਐਮਪਾਵਰਮੈਂਟ ਐਂਡ ਵੂਮਨ ਇਕੁਐਲਿਟੀ ਦੇ ਵੱਲ ਪਹਿਲੀ ਆਵਾਜ਼ ਜਿਹੜੀ ਆ ਉਹ ਗੁਰੂ ਨਾਨਕ ਪਾਤਸ਼ਾਹ ਬੁਲੰਦ ਕਰਦੇ ਨੇ। ਹੁਣ ਇਹ ਸਿਰਫ ਆਵਾਜ਼ ਮਾਤਰ ਬੁਲੰਦ ਨਹੀਂ ਹੋਈ, ਸਿੱਖਾਂ ਦੇ ਲਈ ਦੂਸਰਾ ਜਾਂ ਇਹ ਕਹਿ ਲਓ ਕਿ ਤੀਸਰਾ ਨਿਯਮ ਜਿਹੜਾ ਹੈ ਉਹ ਨਿਰਧਾਰਿਤ ਹੋ ਗਿਆ। ਉਹ ਨਿਯਮ ਕੀ ਕਿ ਸਿੱਖ ਕਦੀ ਵੀ ਲੈਂਗਿਕ ਆਧਾਰ ਦੇ ਉੱਤੇ ਜਾਂ ਸੈਕਸ ਦੇ ਆਧਾਰ ਦੇ ਉੱਤੇ ਕਿਸੇ ਇੱਕ ਦੂਸਰੇ ਦੇ ਨਾਲ ਵਿਤਕਰਾ ਨਹੀਂ ਕਰ ਸਕਦੇ। ਜੇਕਰ ਤੁਹਾਨੂੰ ਕਿਸੇ ਵੀ ਸਮੇਂ ਦੇ ਉੱਤੇ ਇਹ ਲੱਗਦਾ ਹੈ ਕਿ ਤੁਸੀਂ ਔਰਤਾਂ ਨਾਲੋਂ ਮਰਦ ਹੋ ਕੇ ਤੁਸੀਂ ਔਰਤਾਂ ਨਾਲੋਂ ਬੈਟਰ ਹੋ ਜਾਂ ਔਰਤਾਂ ਹੋ ਕੇ ਤੁਸੀਂ ਮਰਦਾਂ ਨਾਲੋਂ ਬੈਟਰ ਹੋ, ਤਾਂ ਤੁਸੀਂ ਸਿੱਖ ਨਹੀਂ ਹੋ। ਚਾਹੇ ਤੁਸੀਂ ਔਰਤ ਹੋ, ਚਾਹੇ ਤੁਸੀਂ ਮਰਦ ਹੋ। ਤੁਹਾਨੂੰ ਸਿੱਖਾਂ ਵਾਸਤੇ ਜੋ ਇੱਕ ਹੀ ਰਸਤਾ ਹੈ, ਇੱਕ ਹੀ ਨਿਯਮ ਹੈ, ਉਹ ਇਕੁਐਲਿਟੀ ਦਾ ਹੈ। ਨਾ ਔਰਤਾਂ ਬੈਟਰ ਨਾ ਮਰਦ ਬੈਟਰ, ਦੋਨੋਂ ਇਕੁਐਲਿਟੀ ਦਾ ਰਸਤਾ ਹੈ ਨਾ। ਤਾਂ ਇਸ ਗੱਲ ਨੂੰ ਸਿੱਖਾਂ ਨੂੰ ਆਪਣੇ ਵਿੱਚ ਰੂਲ ਵਾਂਗੂ ਸਮਝ ਲੈਣਾ ਚਾਹੀਦਾ ਸੀਗਾ। ਹੁਣ ਜਿਹੜੀ ਆਪਾਂ ਉਹ ਡਾਇਰੀ ਦੀ ਗੱਲ ਕਰ ਰਹੇ ਕਿ ਇੱਕ ਡਾਇਰੀ ਲਗਾ ਲਈਏ ਅਤੇ ਆਪਣੀ ਦੇਖਣਾ ਸ਼ੁਰੂ ਕਰੀਏ ਕਿ ਕਿਆ ਅਸੀਂ ਉਸ ਵਿਵੇਕ ਦੇ ਉੱਤੇ ਪੂਰੇ ਉਤਰ ਰਹੇ ਹਾਂ, ਤਾਂ ਉਹਦੇ ਵਿੱਚ ਜਦੋਂ ਤੁਸੀਂ ਆਪਾਂ ਸਾਰੇ ਅੰਤਰ ਘੋਖ ਕਰਾਂਗੇ ਜਾਂ ਅੰਤਰ ਵਿਚਾਰ ਕਰਾਂਗੇ, ਜੋ ਗੁਰਬਾਣੀ ਸਾਨੂੰ ਕਹਿੰਦੀ ਆ ਕਿ ਉਸ ਵਿਵੇਕ ਬੁੱਧੀ ਦਾ ਇਸਤੇਮਾਲ ਕਰਕੇ ਆਪਣਾ ਅੰਦਰ ਵਿਚਾਰੋ, ਤਾਂ ਉਸ ਵਿਚਾਰ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਪਾਂ ਇਹ ਦੇਖਾਂਗੇ ਕਿ ਗੁਰੂ ਪਾਤਸ਼ਾਹ ਦਾ ਜਿਹੜਾ ਉਹਨਾਂ ਨੇ ਸਾਨੂੰ ਨਿਯਮ ਦਿੱਤਾ ਹੈ ਕਿ ਸੈਕਸ਼ੂਅਲ ਆਧਾਰ ਦੇ ਉੱਤੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਕਿਆ ਅਸੀਂ ਉਹ ਕਰਦੇ ਹਾਂ? ਜੇਕਰ ਅਸੀਂ ਉਹ ਕਰਦੇ ਹਾਂ ਤਾਂ ਫਿਰ ਅਸੀਂ ਸਿੱਖ ਨਹੀਂ। ਹੁਣ ਇਹਦੇ ਵੀ ਕੁਝ ਪੁਆਇੰਟਸ ਆ ਜਿਹੜੇ ਆਪਾਂ ਨੂੰ ਸਮਝਣੇ ਬਹੁਤ ਜ਼ਰੂਰੀ ਆ। ਆਪਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ। ਮੈਂ ਇੱਕ ਬਠਿੰਡੇ ਦੀ ਇੱਕ ਔਰਫਨੇਜ ਦੀ ਕੱਲ੍ਹ ਦੀ ਗੱਲ ਹੈ, ਮੈਂ ਬਠਿੰਡੇ ਦੀ ਕਿਸੇ ਇੱਕ ਔਰਫਨੇਜ ਦੀ ਰਿਪੋਰਟ ਪੜ੍ਹ ਰਹੀ ਸੀਗੀ। ਉਹ ਰਿਪੋਰਟ ਜਿਹੜੀ ਹੈਗੀ ਆ ਉਹ ਬਕਾਇਦਾ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਚਾਈਲਡ ਅਡੋਪਸ਼ਨ ਏਜੰਸੀ ਆ ਉਹਨਾਂ ਵੱਲੋਂ ਉਹਨਾਂ ਦੇ ਨਾਲ ਉਹਨਾਂ ਦਾ ਹੈ ਤਾਲੁਕ, ਔਰ ਇਹ ਰਿਪੋਰਟ ਉਹਨਾਂ ਦੀ ਆਪਣੀ ਵੈਬਸਾਈਟ ਦੇ ਉੱਪਰ ਪਈ ਆ, ਉਹ ਬਠਿੰਡੇ ਵਾਲੀ ਔਰਫਨੇਜ ਦੀ। ਉਹ ਲਿਖਦੇ ਨੇ ਕਿ ਸਾਡੇ ਕੋਲ 1300 ਤੱਕ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਹ ਪੈਂਡਿੰਗ ਹੈ ਉਹਨਾਂ ਮਾਂ-ਬਾਪ ਵੱਲੋਂ ਜਿਹੜੇ ਬੱਚਾ ਗੋਦ ਲੈਣਾ ਚਾਹੁੰਦੇ ਨੇ, ਪਰ ਉਹਨਾਂ ਦੇ ਵਿੱਚੋਂ ਸਾਰੇ ਹੀ 1300 ਦੇ 1300 ਮੁੰਡਾ ਗੋਦ ਲੈਣਾ ਚਾਹੁੰਦੇ ਨੇ, ਕੁੜੀ ਗੋਦ ਲੈਣਾ ਨਹੀਂ ਚਾਹੁੰਦੇ। ਔਰ ਉਹਦੇ ਨਾਲ ਹੀ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਸਾਡੇ ਔਰਫਨੇਜ ਦੇ ਵਿੱਚੋਂ ਜਿਹੜੀਆਂ ਕੁੜੀਆਂ ਗੋਦ ਲਈਆਂ ਗਈਆਂ ਉਹ ਜਾਂ ਤਾਂ NRIs ਨੇ ਲਈਆਂ, ਬਾਹਰਲੇ ਲੋਕਾਂ ਨੇ, ਵਿਦੇਸ਼ੀ ਲੋਕਾਂ ਨੇ ਲਈਆਂ, ਜਾਂ ਉਹ ਸੂਬੇ ਯਾਨੀ ਕਿ ਪੰਜਾਬ ਤੋਂ ਬਾਹਰ ਦੇ ਲੋਕਾਂ ਨੇ ਲਈਆਂ। ਪੰਜਾਬੀ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਕੁੜੀਆਂ ਗੋਦ ਲੈਣਾ ਪਸੰਦ ਨਹੀਂ ਕਰਦੇ। ਉਹਨਾਂ ਦੀ ਪਹਿਲੀ ਡਿਮਾਂਡ ਹੁੰਦੀ ਹੈ ਕਿ ਮੁੰਡਾ ਹੋਵੇ ਔਰ 0 to 2 years ਦੀ ਏਜ ਦੇ ਵਿੱਚ ਦਾ ਹੋਵੇ। ਚਲੋ ਏਜ ਦੀ ਗੱਲ ਤਾਂ ਬਾਅਦ ਦੀ ਆ, ਪਰ ਇਹ ਕਿੱਡੀ ਟ੍ਰੈਜਡੀ ਆ। ਜਿਸ ਧਰਤੀ ਤੋਂ ਲੈਂਗਿਕ ਸਮਾਨਤਾ ਦੀ, ਸੈਕਸ਼ੂਅਲ ਇਕੁਐਲਿਟੀ ਦੀ ਗੱਲ ਚੱਲੀ ਹੋਵੇ, ਜਿਸ ਧਰਤੀ ਤੋਂ ਜੈਂਡਰ ਇਕੁਐਲਿਟੀ ਜਾਂ ਇਹ ਕਹਿ ਲਈਏ ਕਿ ਜੈਂਡਰ
ਇੰਪਾਵਰਮੈਂਟ ਦੀ ਗੱਲ ਚੱਲੀ ਹੋਵੇ, ਵੂਮਨ ਇੰਪਾਵਰਮੈਂਟ ਦੀ ਗੱਲ ਚੱਲੀ ਹੋਵੇ, ਅੱਜ ਉਸ ਧਰਤੀ ਦੇ ਉੱਤੇ ਹੀ ਧੀਆਂ ਨੂੰ ਪਾਸੇ ਕੀਤਾ ਜਾ ਰਿਹਾ। ਫੀਮੇਲ ਫਿਟੀਸਾਈਡ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ, ਜਿਹੜੀ ਭਰੂਣ ਹੱਤਿਆ ਦਾ ਮਸਲਾ ਆ, ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਮਸਲਾ ਹੈ। ਉਹਦੇ ਉੱਤੇ ਮੈਂ ਗੱਲ ਕਰਕੇ ਔਰ ਉਸਨੂੰ, ਕਿਉਂਕਿ ਉਹ ਬੜਾ ਰੈਪੀਟੇਟਿਵ ਹੋ ਜਾਊਗਾ ਦੁਬਾਰਾ। ਸੋ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਕਿੰਨਾ ਜ਼ਿਆਦਾ ਇਹ ਪ੍ਰੋਬਲਮ ਹੈਗੀ ਆ। ਪਰ ਜਿਹਨਾਂ ਦੇ ਕੋਲ ਬੱਚਾ ਨਹੀਂ ਹੋ ਰਿਹਾ, ਉਹ ਵੀ ਇਹ ਚਾਹੁੰਦੇ ਨੇ ਕਿ ਸਾਨੂੰ ਮੁੰਡਾ ਹੀ ਗੋਦ ਮਿਲੇ। ਉਹ ਵੀ ਇਹ ਨਹੀਂ ਚਾਹੁੰਦੇ ਕਿ ਸਾਡੇ ਕੋਲ ਅਸੀਂ ਕੁੜੀ ਰੱਖ ਲਈਏ, ਕੁੜੀ ਲੈ ਲਈਏ। ਸੋ ਆਪਾਂ ਆਪਣੇ ਆਪ ਨੂੰ ਜ਼ਰਾ ਤਰਜਮਾਨੀ ਕਰ ਲਈਏ, ਆਪਾਂ ਆਪਣੇ ਆਪ ਨੂੰ ਦੇਖ ਲਈਏ ਕਿ ਅਸੀਂ ਕਿੰਨੇ ਕੁ ਸਿੱਖ ਹਾਂ। ਹੁਣ ਇਹਦਾ ਮਤਲਬ ਮੈਂ ਇਹ ਵੀ ਨਹੀਂ ਕਹਿ ਰਹੀ ਕਿ ਜਿੰਨੇ ਪੰਜਾਬ ਦੇ ਵਿੱਚ ਜਿੰਨੀਆਂ ਉਹ 1300 ਐਪਲੀਕੇਸ਼ਨ ਹੋਣਗੀਆਂ ਉਹ ਸਿੱਖਾਂ ਦੀਆਂ ਹੀ ਹੋਣਗੀਆਂ। ਮੈਂ ਇਹ ਬਿਲਕੁਲ ਨਹੀਂ ਕਹਿ ਰਹੀ। ਉਹਨਾਂ 'ਚੋਂ ਹਿੰਦੂ ਵੀ ਹੋ ਸਕਦੇ ਆ, ਮੁਸਲਮਾਨ ਵੀ ਹੋ ਸਕਦੇ, ਕ੍ਰਿਸਚਨ ਵੀ ਹੋ ਸਕਦੇ, ਕੋਈ ਵੀ ਹੋ ਸਕਦਾ। ਪਰ ਆਪਾਂ ਇੰਨਾ ਕੁ ਸਮਝਣਾ ਸ਼ੁਰੂ ਕਰ ਦਈਏ ਕਿ ਅਸੀਂ ਕਿੱਥੇ ਖੜ੍ਹੇ ਹਾਂ। ਤਾਂ ਜਦੋਂ ਇਹ ਦੇਖਣਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ, ਮੈਨੂੰ ਤੁਹਾਡੇ ਨਾਲ ਮਤਲਬ ਨਹੀਂ, ਮੈਨੂੰ ਆਪਣੇ ਆਪ ਨਾਲ ਮਤਲਬ ਹੈ। ਮੈਂ ਦੇਖਾਂ ਕਿ ਮੈਂ ਜੋ ਬੋਲਦੀ ਹਾਂ, ਕਿਤੇ ਮੇਰੇ ਅੰਦਰ ਵੀ ਇਹ ਗੱਲ ਤਾਂ ਨਹੀਂ ਕਿ ਮੇਰੇ ਮੁੰਡਾ ਹੀ ਹੋਣਾ ਚਾਹੀਦਾ, ਕੁੜੀ ਨਹੀਂ ਹੋਣੀ ਚਾਹੀਦੀ। ਕਿਤੇ ਤੁਹਾਡੇ ਅੰਦਰ ਇਹ ਗੱਲ ਤਾਂ ਨਹੀਂ ਕਿ ਮੇਰੀ ਪੋਤੀ ਨਹੀਂ ਹੋਣੀ ਚਾਹੀਦੀ, ਪੋਤਰਾ ਹੀ ਹੋਣਾ ਚਾਹੀਦਾ, ਜਾਂ ਮੇਰੇ ਬੇਟੀ ਨਹੀਂ ਹੋਣੀ ਚਾਹੀਦੀ, ਬੇਟਾ ਹੀ ਹੋਣਾ ਚਾਹੀਦਾ। ਕਿਆ ਇਹ ਗੱਲ ਤੁਹਾਡੇ ਅੰਦਰ ਤਾਂ ਨਹੀਂ, ਮੇਰੇ ਅੰਦਰ ਤਾਂ ਨਹੀਂ? ਆਪਾਂ ਆਪਣੇ ਆਪ ਦੇ ਵਿੱਚ ਮੰਥਨ ਕਰਨਾ ਸ਼ੁਰੂ ਕਰੀਏ। ਦੂਸਰੀ ਗੱਲ, ਸਾਡੀ ਜਿਹੜੀ ਰਹਿਤ ਮਰਿਆਦਾ ਵੀ ਹੈ, ਮੈਂ ਪਹਿਲਾਂ ਵੀ ਤੁਹਾਨੂੰ ਉਹ ਇੱਕ ਛੋਟੀ ਬੁਕਲੈਟ ਲਿਆ ਕੇ ਦਿਖਾਈ ਸੀ, ਔਰ ਮੈਂ ਇਹ ਬੇਨਤੀ ਕੀਤੀ ਸੀਗੀ ਕਿ ਸਾਡੇ ਹਰ ਕਿਸੇ ਦੇ, ਹਰ ਸਿੱਖ ਦੇ ਘਰ ਦੇ ਵਿੱਚ ਰਹਿਤ ਮਰਿਆਦਾ ਦੀ ਕਾਪੀ ਹੋਣਾ ਬਹੁਤ ਜ਼ਰੂਰੀ ਹੈ। ਔਰ ਸਿੱਖ ਮਿਸ਼ਨਰੀ ਸੁਸਾਇਟੀ ਜਾਂ ਤੁਹਾਡੇ ਆਸ-ਪਾਸ ਕਿਸੇ ਵੀ ਅਗਰ ਤੁਸੀਂ ਧਾਰਮਿਕ ਸੰਸਥਾ ਨੂੰ ਕਹੋ ਤਾਂ ਉਹਨਾਂ ਕੋਲੋਂ ਕਾਪੀ ਅਵੇਲੇਬਲ ਹੋਊਗੀ। ਸੋ ਤੁਸੀਂ ਉਹਨਾਂ ਕੋਲੋਂ ਲੈ ਵੀ ਸਕਦੇ ਆ। ਸੋ ਸਿੱਖ ਰਹਿਤ ਮਰਿਆਦਾ ਦੀ ਕਾਪੀ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੋ, ਸੋ ਦੈਟ ਜਦੋਂ ਮੈਂ ਕੋਈ ਗੱਲ ਬੋਲਦੀ ਹਾਂ ਤਾਂ ਆਪਾਂ ਇੱਕ ਦੂਜੇ ਨਾਲ ਰੈਫਰ ਕਰ ਸਕਿਆ ਕਰੀਏ। ਤੁਹਾਨੂੰ ਇਹ ਨਾ ਹੋਵੇ ਕਿ ਪਤਾ ਨਹੀਂ ਕਿੱਥੋਂ ਬੋਲਦੀ ਰਹਿੰਦੀ ਹੈ, ਹੈ ਨਾ। ਪਤਾ ਹੋਵੇ ਕਿ ਅੱਛਾ ਆਹ ਰੈਫਰੈਂਸ ਆ ਬੁੱਕ ਆ। ਤਾਂ ਬੜੀ ਪਤਲੀ ਜੀ, ਬਰੀਕ ਜੀ ਬੁਕਲੈਟ ਆ ਉਹ। ਸੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜੀ ਇੱਕ ਗੱਲ ਆਉਂਦੀ ਆ, ਉਹ ਸਾਨੂੰ ਸਿੱਖ ਰਹਿਤ ਮਰਿਆਦਾ ਕੁੜੀ ਮਾਰ ਦੇ ਨਾਲ ਰਿਸ਼ਤਾ ਰੱਖਣ ਦਾ ਜਿਹੜਾ ਆ ਉਹ ਨਹੀਂ ਦਿੰਦੀ ਇਜਾਜ਼ਤ। ਨਾ ਸਿਰਫ ਅਸੀਂ ਆਪਣੇ ਘਰ ਦੇ ਵਿੱਚ ਕੁੜੀ ਮਾਰ ਜਾਂ ਕੁੜੀ ਦੀ ਹੱਤਿਆ ਨਹੀਂ ਕਰ ਸਕਦੇ, ਬਲਕਿ ਅਸੀਂ ਜੋ ਕੋਈ ਵੀ ਇਸ ਪਾਪ ਦੇ ਵਿੱਚ ਭਾਗੀਦਾਰ ਹੈ, ਸ਼ਾਮਿਲ ਹੈ, ਅਸੀਂ ਉਹਦੇ ਨਾਲ ਵੀ ਰਿਸ਼ਤਾ ਨਹੀਂ ਰੱਖ ਸਕਦੇ ਅਕੋਰਡਿੰਗ ਟੂ ਸਿੱਖ ਰਹਿਤ ਮਰਿਆਦਾ। ਹੁਣ ਆਪਾਂ ਇਹ ਦੇਖੀਏ ਕਿ ਸਾਡੇ ਆਸ-ਪਾਸ, ਔਰ ਅਸੀਂ ਹਰ ਕਿਸੇ ਕੋਲ ਝੂਠ ਬੋਲ ਸਕਦੇ ਹਾਂ, ਆਪਣੇ ਆਪ ਕੋਲੋਂ ਝੂਠ ਨਹੀਂ ਬੋਲ ਸਕਦੇ। ਆਪਣੇ ਆਪ ਨੂੰ, ਸਿਰਫ ਆਪਣੇ ਆਪ ਨੂੰ ਘੋਖਣਾ ਸ਼ੁਰੂ ਕਰੀਏ ਔਰ ਇਹ ਸੋਚੀਏ ਕਿ ਅਸੀਂ ਕਿੰਨੇ ਉਹਨਾਂ ਲੋਕਾਂ ਨੂੰ ਜਾਣਦੇ ਹਾਂ ਸਾਡੇ ਆਸ-ਪਾਸ, ਸਾਡੇ ਮਾਸੀਆਂ, ਤਾਈਆਂ, ਚਾਚੇ, ਫੁੱਫੇ, ਸਾਰਿਆਂ ਦੇ ਵਿੱਚੋਂ ਅਸੀਂ ਕਿਹੜੇ ਐਸੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਕੰਨਿਆ ਭਰੂਣ ਹੱਤਿਆ ਦੇ ਵਿੱਚ ਸ਼ਾਮਲ ਨੇ, ਜਿਹੜੇ ਫੀਮੇਲ ਫਿਟੀਸਾਈਡ ਦੇ ਵਿੱਚ ਸ਼ਾਮਲ ਨੇ। ਔਰ ਫਿਰ ਇਹ ਦੇਖੀਏ ਕਿ ਸਾਡੇ ਉਹਨਾਂ ਨਾਲ ਰਿਸ਼ਤੇ ਕਿੱਦਾਂ ਦੇ ਨੇ। ਔਰ ਉਸ ਤੋਂ ਬਾਅਦ ਅਸੀਂ ਇਹ ਅੰਦਾਜ਼ਾ ਲਾ ਲਈਏ ਕਿ ਅਸੀਂ ਸਿੱਖ ਰਹਿਤ ਮਰਿਆਦਾ, ਯਾਨੀ ਕਿ ਸਿੱਖ ਕੋਡ ਆਫ ਕੰਡਕਟ, ਵੈਸੇ ਕੋਡ ਆਫ ਕੰਡਕਟ ਇਜ਼ ਨਾਟ ਅ ਰਾਈਟ ਟਰਮ, ਪਰ ਜੋ ਉਹਨਾਂ ਨੇ ਆਪਣੇ ਉਹਦੇ ਉੱਤੇ ਲਿਖਿਆ ਮੈਂ ਉਹੀ ਬੋਲ ਰਹੀ ਹਾਂ ਕਿ ਉਹ ਅਸੀਂ ਉਹਨੂੰ ਕਿੰਨਾ ਕੁ ਫੋਲੋ ਕਰ ਰਹੇ ਹਾਂ। ਅਸੀਂ ਸਿੱਖ ਹੋ ਕੇ ਅਸੀਂ ਸਿਰਫ ਦਸਤਾਰ ਬੰਨ੍ਹ ਕੇ ਆਪਣੇ ਆਪ ਨੂੰ ਸਿੱਖ ਕਹਿ ਰਹੇ ਹਾਂ, ਕਿਆ ਅਸੀਂ ਇਸ ਕੰਮ ਦੇ ਉੱਤੇ ਪੂਰੇ ਉਤਰ ਰਹੇ ਹਾਂ? ਅਸੀਂ ਫਿਰ ਇਹ ਦੇਖੀਏ ਕਿ ਆਪਣੇ ਆਪ ਦੇ ਆਪਣਾ ਮੰਥਨ ਕਰਨਾ ਸ਼ੁਰੂ ਕਰੀਏ ਕਿ ਅਸੀਂ ਕਿੱਥੇ ਕੁ ਜੇ ਖੜ੍ਹੇ ਹਾਂ। ਉਸ ਤੋਂ ਅਗਲੀ ਗੱਲ ਜਿਹੜੀ ਮੈਂ ਬੇਨਤੀ ਕਰੂੰਗੀ, ਸਿਰਫ ਫੀਮੇਲ ਫਿਟੀਸਾਈਡ ਕਰ ਦੇਣਾ ਜਾਂ ਈਕੁਅਲ ਨਾ ਸਮਝਣਾ, ਜਾਂ ਜਦੋਂ ਤੁਸੀਂ ਐਕਸਪਲਿਸਿਟਲੀ ਈਕੁਅਲ ਨਹੀਂ ਸਮਝਦੇ, ਸਿਰਫ ਉਹੀ ਜਿਹੜਾ ਹੈ ਤੁਹਾਡੀ ਜੈਂਡਰ ਇਨਇਕੁਐਲਿਟੀ ਦੇ ਵਿਸ਼ਵਾਸ ਦੀ ਗੱਲ ਨਹੀਂ ਹੁੰਦੀ ਕਿ ਤੁਸੀਂ ਜੈਂਡਰ ਨੂੰ ਈਕੁਅਲ ਨਹੀਂ ਮੰਨਦੇ। ਉਹ ਸਿਰਫ ਇਹਦੇ ਤੋਂ ਸਾਬਤ ਨਹੀਂ ਹੁੰਦਾ ਕਿ ਤੁਸੀਂ ਜਾਂ ਮੈਂ, ਆਪਾਂ ਇੱਕ ਦੂਸਰੇ ਨੂੰ, ਜਾਂ ਜਿਸ ਤਰੀਕੇ ਨਾਲ ਵੀ ਆਪਾਂ ਵਿਚਰਦੇ ਹਾਂ ਕਿ ਜਿਹੜੇ ਭਰੂਣ ਹੱਤਿਆ, ਅਗਰ ਮੈਂ ਕਹਾਂ ਕਿ ਮੈਂ ਭਰੂਣ ਹੱਤਿਆ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ, ਜਾਂ ਤੁਸੀਂ ਵੀ ਇਹ ਕਹੋ ਕਿ ਸਾਡੇ ਤੇ ਬਿਲਕੁਲ ਆਸ-ਪਾਸ ਕਿਸੇ ਨੇ ਕਦੀ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ, ਔਰ ਫਿਰ ਅਸੀਂ ਸੋਚੀਏ ਕਿ ਹੁਣ ਅਸੀਂ ਠੀਕ ਹਾਂ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਹੋਏ ਰਾਸਤੇ 'ਤੇ ਚੱਲ ਰਹੇ ਹਾਂ। ਨਹੀਂ, ਅੱਗੇ ਵੀ ਹੋਰ ਕੁਝ ਪੁਆਇੰਟਸ ਨੇ। ਉਹ ਕਿਹੜੇ ਨੇ? ਜੇਕਰ ਤੁਸੀਂ ਕਦੀ ਵੀ, ਜਾਂ ਆਪਾਂ ਕਦੀ ਵੀ ਇਹ ਗੱਲ ਕਹਿੰਦੇ ਹਾਂ ਕਿ ਇਹ ਤਾਂ ਕੰਮ ਮੁੰਡਿਆਂ ਵਾਲੇ ਨਹੀਂ ਹੈਗੇ, ਆਹ ਰਸੋਈ ਦਾ ਕੰਮ ਤਾਂ ਕੁੜੀਆਂ ਦਾ, ਜਨਾਨੀਆਂ ਦਾ ਕੰਮ ਹੈ, ਇਹ ਮੁੰਡਿਆਂ ਦਾ ਕੰਮ ਨਹੀਂ ਹੈ, ਤਾਂ ਇਹ ਸਮਝ ਲਈਏ। ਔਰ ਇਹ ਸਾਡੇ ਪੰਜਾਬ ਵਿੱਚ ਬਹੁਤ ਚੱਲਦਾ, ਤਾਂ ਇਹ ਸਮਝ ਲਈਏ ਕਿ ਅਸੀਂ ਇਕੁਐਲਿਟੀ ਵੱਲ ਨਹੀਂ ਹਾਂ। ਕਿਉਂਕਿ ਕੰਮ ਨੂੰ, ਤੁਸੀਂ ਕੋਈ ਵੀ ਕੰਮ ਹੋਵੇ, ਚਾਹੇ ਉਹ ਮਕੈਨਿਕ ਦਾ ਕੰਮ ਹੋਏ, ਚਾਹੇ ਉਹ ਘਰ ਦਾ ਕੰਮ ਹੋਏ, ਜਦੋਂ ਅਸੀਂ ਜੈਂਡਰ ਦੇ ਬੇਸ ਦੇ ਉੱਪਰ ਦੇਖਦੇ ਹਾਂ ਨਾ ਕਿ ਆਹ ਕੰਮ ਕੁੜੀਆਂ ਦਾ, ਆਹ ਕੰਮ ਮੁੰਡਿਆਂ ਦਾ, ਤਾਂ ਅਸੀਂ ਉਹਨਾਂ ਨੂੰ ਫਿਰ ਵੀ ਕਿਤੇ ਨਾ ਕਿਤੇ ਇਨਇਕੁਐਲਿਟੀ ਵੱਲ ਹੀ ਦੇਖ ਰਹੇ ਹਾਂ। ਦੂਸਰੀ ਗੱਲ, ਕਦੀ ਅਗਰ ਆਪਾਂ ਇਹ ਗੱਲ ਕਹੀ ਆ
ਕਿ ਇਹਦੀ ਤਾਂ ਜਨਾਨੀਆਂ ਵਾਲੀ ਮੱਤ ਹੈ। ਅਕਸਰ ਇਹ ਗੱਲਾਂ ਆ ਜਾਂਦੀਆਂ ਘਰਾਂ ਦੇ ਵਿੱਚ। ਇਹ ਆਪਣੇ ਆਪ ਨੂੰ ਪੁੱਛ ਕੇ ਦੇਖਿਓ ਕਿ ਤੁਸੀਂ ਇਹ ਗੱਲ ਕਿੰਨੀ ਵਾਰੀ ਕਹੀ ਹੈ, ਕਿੱਥੇ ਕਹੀ ਹੈ। ਜੇ ਨਹੀਂ ਵੀ ਕਹੀ, ਤੁਹਾਡੇ ਕਿਆ ਅੰਦਰ ਕਦੀ ਇਹ ਗੱਲ ਆਈ ਹੈ ਕਿ ਇਹਦੀ ਤਾਂ ਜਨਾਨੀਆਂ ਵਾਲੀ ਮੱਤ ਹੈ, ਇਹਦੀਆਂ ਤਾਂ ਆਦਤਾਂ ਜਨਾਨੀਆਂ ਵਾਲੀਆਂ। ਅਗਰ ਇਹ ਗੱਲ ਆਈ ਹੈ ਤਾਂ ਯਾਦ ਰੱਖੋ ਕਿ ਆਪਾਂ ਫਿਰ ਇਕੁਐਲਿਟੀ ਵੱਲ ਨਹੀਂ ਵਧੇ ਹੋਏ। ਹਜੇ ਅਸੀਂ ਉਸੇ ਜਗ੍ਹਾ ਦੇ ਉੱਤੇ ਖੜੇ ਹਾਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਿੱਖ ਨਹੀਂ ਮੰਨਦੇ। ਜੇ ਅਸੀਂ ਕਦੀ ਇਹ ਕਹਿੰਦੇ ਹਾਂ ਕਿ ਉਹਨਾਂ ਦਾ ਮੁੰਡਾ ਉਹ ਤਾਂ ਜਨਾਨੀਆਂ ਵਰਗਾ ਮੁੰਡਾ, ਤਦ ਵੀ ਇੱਥੋਂ ਤੱਕ ਕਿ ਜੇ ਆਪਾਂ ਇਹ ਵੀ ਕਹਿੰਦੇ ਹਾਂ ਨਾ ਕਿ ਅਸੀਂ ਤਾਂ ਆਪਣੀਆਂ ਧੀਆਂ ਪੁੱਤਾਂ ਵਾਂਗੂ ਪਾਲੀਆਂ, ਤਦ ਵੀ ਅਸੀਂ ਜੈਂਡਰ ਇਨਇਕੁਐਲਿਟੀ ਦੇ ਵੱਲ ਹੀ ਵੱਧ ਰਹੇ ਹਾਂ। ਤਦ ਵੀ ਅਸੀਂ ਸਿੱਖ ਨਹੀਂ। ਕਿਉਂਕਿ ਧੀਆਂ ਨੂੰ ਪੁੱਤਾਂ ਵਾਂਗੂ ਪਾਲਣ ਦਾ ਮਤਲਬ ਇਹ ਹੈ ਕਿ ਧੀਆਂ ਨੂੰ ਧੀਆਂ ਵਾਂਗੂ ਪਾਲੋਗੇ ਤਾਂ ਬਹੁਤ ਮਾੜੀ ਗੱਲ ਹੈ। ਧੀਆਂ ਵਾਂਗੂ ਨਹੀਂ ਪਾਲੀਆਂ ਜਾ ਸਕਦੀਆਂ। ਜੇ ਧੀਆਂ ਨੂੰ ਚੰਗਾ ਬਣਾਉਣਾ ਤਾਂ ਧੀਆਂ ਨੂੰ ਪੁੱਤਾਂ ਵਾਂਗੂ ਪਾਲਣਾ ਪਊਗਾ। ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸੁਪੀਰੀਅਰ ਔਰ ਇੱਕ ਇਨਫੀਰੀਅਰ ਕੈਟਾਗਰੀ ਕੰਸਟਰਕਟ ਕਰ ਦਿੰਦਾ। ਉਹ ਆਪਣੇ ਆਪ ਦੇ ਵਿੱਚ ਹੀ ਪੁੱਤਾਂ ਨੂੰ ਸੁਪੀਰੀਅਰ ਤੇ ਧੀਆਂ ਨੂੰ ਇਨਫੀਰੀਅਰ ਦੱਸ ਦਿੰਦਾ, ਜੋ ਕਿ ਨਹੀਂ ਹੋਣਾ ਚਾਹੀਦਾ। ਧੀਆਂ ਨੂੰ ਧੀਆਂ ਵਾਂਗੂ ਪਾਲੋ। ਮੈਨੂੰ ਮੇਰੇ ਮਾਂ-ਬਾਪ ਨੇ ਧੀਆਂ ਵਾਂਗੂ ਹੀ ਪਾਲਿਆ। ਔਰ ਮੈਂ ਇਹ ਵੀ ਨਹੀਂ ਕਹਿੰਦੀ ਕਿ ਮੈਂ ਮੁੰਡਿਆਂ ਦੇ ਬਰਾਬਰ ਹਾਂ, ਕਿਉਂਕਿ ਇਹ ਕੋਈ ਰੇਸ ਹੈ ਹੀ ਨਹੀਂ। ਅਸੀਂ ਤਾਂ ਜੰਮੇ ਹੀ ਬਰਾਬਰ ਸੀ, ਤਾਂ ਮੈਂ ਬਰਾਬਰ ਹੋਈ ਨਹੀਂ ਹਾਂ। ਅਸੀਂ ਪੈਦਾ ਹੀ ਬਰਾਬਰ ਹੁੰਦੇ ਹਾਂ। ਬਸ ਇੰਨੀਆਂ ਕੁ ਗੱਲਾਂ ਆਪਣੇ ਦਿਮਾਗ ਦੇ ਵਿੱਚ ਆਪਾਂ ਨੂੰ ਰੱਖਣੀਆਂ। ਸੋ ਜਿਹੜਾ ਇਸ ਹਫ਼ਤੇ ਆਪਾਂ ਕੰਮ ਕਰਨਾ ਉਹ ਇਹ ਆ ਕਿ ਵਿਵੇਕਤਾ ਦੇ ਉੱਤੇ ਆਪਣਾ ਸਵੈ ਪੜਚੋਲ ਕਰਨੀ, ਆਪਣੇ ਆਪ ਨੂੰ ਕੋਖਣਾ, ਆਪਣੇ ਅੰਦਰ ਦੇਖਣਾ ਔਰ ਇਹ ਦੇਖਣਾ ਹੈ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਜੋ ਰਸਤਾ, ਜੋ ਨਿਯਮ ਦਿੱਤਾ ਕਿ ਅਸੀਂ ਜੈਂਡਰ ਬੇਸਿਸ ਦੇ ਉੱਪਰ ਕਦੀ ਡਿਸਕ੍ਰਿਮੀਨੇਸ਼ਨ ਨਹੀਂ ਕਰਾਂਗੇ, ਔਰ ਜਿੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਸਾਡਾ ਉਸ ਅਦਾਰੇ ਨਾਲ ਵੀ ਕੋਈ ਲਿੰਕ ਨਹੀਂ ਹੋਊਗਾ। ਕਿਆ ਅਸੀਂ ਇਸ ਗੱਲ ਦੇ ਉੱਤੇ ਖਰੇ ਉਤਰ ਰਹੇ ਹਾਂ? ਜੇ ਹਾਂ, ਫਿਰ ਆਪਾਂ ਅੱਗੇ ਚੱਲੀਏ। ਜੇ ਨਹੀਂ ਤਾਂ ਘੱਟੋ ਘੱਟ ਹਫ਼ਤਾ ਇਸ ਗੱਲ ਦੇ ਉੱਤੇ ਕੋਸ਼ਿਸ਼ ਤਾਂ ਕਰੀਏ, ਟਰਾਈ ਤਾਂ ਕਰੀਏ ਚੱਲਣ ਦੀ। ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਆਪ ਨੂੰ ਬਾਰ-ਬਾਰ ਚੈੱਕ ਕਰੀਏ। ਜਦੋਂ ਸਾਡੇ ਦਿਲ 'ਚ ਆਵੇ ਵੀ ਇਹ ਜਨਾਨੀਆਂ ਵਰਗਾ, ਚੈੱਕ ਕਰੀਏ ਆਪਣੇ ਆਪ ਨੂੰ ਕਿ ਇਹ ਮੈਂ ਨਹੀਂ ਕਹਿ ਸਕਦਾ, ਮੇਰਾ ਬਾਬਾ ਨਾਨਕ ਮੈਨੂੰ ਮਨਾ ਕਰਦਾ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਇਹ ਗੱਲ ਨਹੀਂ ਕਹੀ ਜਾ ਸਕਦੀ। ਜਦੋਂ ਇਹ ਗੱਲ ਦਿਲ 'ਚ ਆਵੇ ਕਿ ਮੇਰੀ ਧੀ ਤਾਂ ਪੁੱਤਾਂ ਵਰਗੀ ਹੈ, ਕਹੀਏ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ 'ਚ ਗੱਲ ਚੱਲ ਨਹੀਂ ਸਕਦੀ। ਮੇਰੀ ਧੀ ਵੀ ਇਨਸਾਨ ਹੈ, ਮੇਰਾ ਪੁੱਤ ਵੀ ਇਨਸਾਨ ਹੈ, ਔਰ ਦੋਵੇਂ ਇਨਸਾਨਾਂ ਵਰਗੇ ਆ। ਬਸ ਇੰਨੀ ਕੀ ਕਹਾਣੀ ਹੈ। ਇੱਥੋਂ ਤੱਕ ਆਪਾਂ ਚੱਲੀਏ। ਅਗਲੀ ਗੱਲ ਜਿਹੜੀ ਹੈ, ਹੁਣ ਇਹਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਜਦੋਂ ਸਾਨੂੰ, ਇਹ ਤਾਂ ਹੋ ਗਿਆ ਆਪਣੀ ਪਹਿਲੇ ਨਿਯਮ ਦੀ ਗੱਲ। ਜਦੋਂ ਗੁਰੂ ਨਾਨਕ ਪਾਤਸ਼ਾਹ ਸਵਾਲ ਕਰ ਦਿੰਦੇ ਨੇ ਕਿ ਇਹ ਜਨੇਊ ਮੈਂ ਨਹੀਂ ਪਾ ਸਕਦਾ, ਤਾਂ ਫਿਰ ਉਹਨੂੰ ਗੱਲ ਇੱਥੇ ਨਹੀਂ ਛੱਡਦੇ। ਉਹ ਬਕਾਇਦਾ ਉਸ ਜਨੇਊ ਨੂੰ ਦਾ ਆਨਸਰ ਵੀ ਦਿੰਦੇ ਨੇ ਕਿ ਕਿਹੜਾ ਜਨੇਊ ਹੋਣਾ ਚਾਹੀਦਾ। ਹੁਣ ਆਪਾਂ ਕੋਈ ਸਵਾਲ ਕਰਕੇ ਤੇ ਅਗਲੇ ਨੂੰ ਆਪਾਂ ਮੰਨ ਲਓ ਕਿ ਉਹਦੀ ਗੱਲ ਤੇ ਆਪਾਂ ਉਹਨੂੰ ਝੂਠਾ ਵੀ ਪਾ ਦਿੱਤਾ, ਪਰ ਉਹਦਾ ਆਨਸਰ ਸਾਨੂੰ ਦੇਣਾ ਪਊਗਾ, ਉਹਦਾ ਸੋਲਿਊਸ਼ਨ ਦੇਣਾ ਪਊਗਾ। ਗੁਰੂ ਨਾਨਕ ਪਾਤਸ਼ਾਹ ਦਾ ਸੋਲਿਊਸ਼ਨ ਕੀ ਦਿੰਦੇ ਨੇ? ਉਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਪੰਡਿਤ ਜੀ ਨੂੰ ਕਹਿੰਦੇ ਨੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀਆ ਕਾ ਹੈ ਤਾਂ ਭਾਂਡੇ ਕੱਥ, ਹੈ ਨਾ। ਉਹ ਦਇਆ, ਸੰਤੋਖ, ਜਤ, ਸਤ, ਇਹਨਾਂ ਦੇ ਨਿਯਮ ਵੀ ਅੱਗੇ ਸਾਨੂੰ ਦੇ ਦਿੰਦੇ ਨੇ। ਹੁਣ 4 ਨਿਯਮ ਹੋਰ ਦੇ ਦਿੱਤੇ। ਖੈਰ ਅੱਜ ਆਪਣੇ ਕੋਲ ਜਿਹੜਾ ਸਮਾਂ ਹੈ ਉਹ ਇੱਥੇ ਹੀ ਖ਼ਤਮ ਹੁੰਦਾ ਆ, ਪਰ ਮੈਂ ਜਿੱਦਾਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਮੈਂ ਬੇਨਤੀ ਕਰੂੰਗੀ ਕਿ ਸਾਰੇ ਜਿੰਨੇ ਵੀ ਸਰੋਤੇ ਹੋ, ਸਾਰੇ ਆਪਾਂ ਘੱਟੋ ਘੱਟ ਇੱਕ ਪ੍ਰੈਕਟੀਕੈਲਿਟੀ ਵੱਲ ਵਧਣਾ ਸ਼ੁਰੂ ਕਰੀਏ। ਤਾਂ ਇਹ ਇੱਕ ਹਫ਼ਤਾ, ਪੂਰੇ ਇੱਕ ਹਫ਼ਤੇ ਵਾਸਤੇ ਹੋਮਵਰਕ ਲੈ ਲਓ, ਤੁਹਾਡੇ ਕੋਲ ਵੀ ਮੇਰੇ ਕੋਲੇ ਵੀ, ਕਿ ਆਪਾਂ ਸਿਰਫ ਆਪਣੀ ਡਾਇਰੀ ਦੇ ਵਿੱਚ ਓਨੇ ਵਾਰੀ ਲਿਖਦੇ ਜਾਈਏ ਕਿ ਕਿੰਨੀ ਵਾਰੀ ਮੈਂ ਇਹ ਕੰਮ ਕੀਤਾ ਹੈ। ਡਾਇਰੀ ਨਹੀਂ ਤਾਂ ਆਪਣੇ ਮੋਬਾਈਲ 'ਤੇ ਲਿਖਦੇ ਜਾਓ ਕਿ ਕਿੰਨੀ ਵਾਰੀ ਮੇਰੇ ਦਿਮਾਗ ਦੇ ਵਿੱਚ ਜਿਹੜੀ ਜੈਂਡਰ ਇਕੁਐਲਿਟੀ ਦੇ ਜਿਹੜਾ ਰਾਹ ਆ ਮੈਂ ਉਹਦੇ ਤੋਂ ਖਿਸਕਿਆ ਆ ਜਾਂ ਖਿਸਕੀ ਆ। ਆਪਾਂ ਇਹ ਲਿਖਦੇ ਜਾਈਏ, ਇਹ ਵਿਵੇਕਤਾ ਦੇ ਨਾਲ ਆਪਣੀ ਸਵੈ ਪੜਚੋਲ ਕਰਦੇ ਜਾਈਏ, ਔਰ ਹਰ ਇੱਕ ਵਾਰੀ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀਏ। ਹਰ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਨਾਲ ਲੱਗ ਕੇ ਹਰ ਰੋਜ਼ ਅਰਦਾਸ ਕਰੀਏ ਕਿ ਪਾਤਸ਼ਾਹ ਜੋ ਤੁਸੀਂ ਮੈਨੂੰ ਰਾਸਤਾ ਦਿਖਾਇਆ ਸੀ ਕਿ ਸਿੱਖ ਜਿਹੜਾ ਹੈ ਉਹ ਜੈਂਡਰ ਇਨਇਕੁਐਲਿਟੀ ਦੇ ਉੱਤੇ ਵਿਸ਼ਵਾਸ ਨਹੀਂ ਰੱਖੂਗਾ, ਨਾ ਐਸੇ ਕਿਸੇ ਅਦਾਰੇ, ਕਿਸੇ ਐਸੇ ਇਨਸਾਨ ਦੇ ਨਾਲ ਕੋਈ ਰਿਸ਼ਤਾ ਰੱਖੂਗਾ, ਮੈਂ ਬਕਾਇਦਾ ਉਸ ਚੀਜ਼ ਦੇ ਉੱਤੇ ਚੱਲ ਸਕਾਂ। ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਰਹੀਏ। ਔਰ ਜਿਹੜਾ ਅਗਲਾ ਐਪੀਸੋਡ ਹੋਊਗਾ ਉਹਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਸਾਨੂੰ ਜਿਹੜੇ ਅਗਲੇ ਨਿਯਮ ਦਿੱਤੇ ਨੇ, ਜਿਹਦੇ 'ਚ ਦਇਆ, ਸੰਤੋਖ, ਜਤ, ਸਤ, ਇਹਦੀ ਗੱਲ ਆਉਂਦੀ ਆ, ਆਪਾਂ ਇਹਦੇ ਬਾਰੇ ਡਿਸਕਸ਼ਨ ਕਰਾਂਗੇ। ਹੁਣ ਅੱਜ ਦਾ ਮੈਨੂੰ ਜਿਹੜਾ ਸਮਾਂ ਉਹ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਮੇਰਾ ਹੋ ਗਿਆ ਜੀ। ਆਪਾਂ ਅਗਲੇ ਐਤਵਾਰ ਫਿਰ ਮਿਲਾਂਗੇ।
ਇਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਫੀਡਬੈਕ ਜਾਂ ਮੇਰੇ ਕੋਲ ਕੋਈ ਗਲਤੀ ਹੁੰਦੀ ਆ, ਤੁਸੀਂ ਉਹ ਮੈਨੂੰ ਦੱਸਣਾ ਚਾਹੁੰਦੇ ਆ ਕਿ ਮੈਂ ਕਿਤੇ ਗਲਤ ਬੋਲਿਆ ਜਾਂ ਕਿਤੇ ਕੁਝ ਜ਼ਿਆਦਾ ਬੋਲਿਆ, ਕਿਤੇ ਘੱਟ ਬੋਲਿਆ, ਵਾਟਐਵਰ ਯੂ ਵਾਂਟ ਟੂ ਰਾਈਟ, ਮੈਨੂੰ ਜ਼ਰੂਰ ਲਿਖ ਕੇ ਭੇਜੋ। ਤੁਹਾਡੀ ਹਰ ਇੱਕ ਈਮੇਲ ਮੇਰੇ ਲਈ ਬਹੁਤ ਬਹੁਤ ਇੰਪੋਰਟੈਂਟ ਹੁੰਦੀ ਆ, ਕਿਉਂਕਿ ਹਰ ਇੱਕ ਈਮੇਲ ਮੇਰੇ ਲਈ ਇੱਕ ਰਸਤਾ ਦਿੰਦੀ ਆ ਕਿ ਮੈਂ ਕੀ ਸਹੀ ਜਾ ਰਹੀ ਹਾਂ, ਗਲਤ ਜਾ ਰਹੀ ਹਾਂ ਅਤੇ ਕਿੱਥੇ ਗਲਤ ਜਾ ਰਹੀ ਹਾਂ, ਉਹਨੂੰ ਮੈਂ ਕਿੱਦਾਂ ਇੰਪਰੂਵ ਕਰ ਸਕਦੀ ਹਾਂ। ਤੁਸੀਂ ਮੈਨੂੰ ਜ਼ਰੂਰ ਲਿਖ ਕੇ ਭੇਜਿਓ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨਾ ਜੀ। ਅਗਲੀ ਵਾਰ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।